ਜੀ ਇੱਕ ਵਾਰੀ ਫਿਰ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਜਨਾਬ। ਇਸ ਉਮੀਦ, ਇਸ ਖਾਹਿਸ਼ ਔਰ ਇਸ ਦੁਆ ਦੇ ਨਾਲ ਕਿ ਤੁਸੀਂ ਜਿੱਥੇ ਵੀ ਹੋ ਬਹੁਤ ਰਾਜ਼ੀ ਹੋ। ਪਾਕਿਸਤਾਨ ਟੈਲੀਵਿਜ਼ਨ ਨੈਸ਼ਨਲ ਦੀ ਇਹ ਲਾਈਵ ਟਰਾਂਸਮਿਸ਼ਨ ਪ੍ਰੋਗਰਾਮ ਦਾ ਨਾਮ, ਇਸ ਟਰਾਂਸਮਿਸ਼ਨ ਦਾ ਨਾਮ ਅੱਜ ਦਾ ਮਹਿਮਾਨ ਔਰ ਅੱਜ ਸਾਡੇ ਪ੍ਰਾਹੁਣੇ ਜਿਹੜੇ ਇਸ ਸੈਗਮੈਂਟ 'ਚ ਨੇ ਡਾਕਟਰ ਇਮਰਾਨ ਜ਼ਿਆ, ਜਿਹੜੇ ਕਿ ਡੈਂਟਿਸਟ ਨੇ ਮਾਰੂਫ, ਔਰ ਉਹਨਾਂ ਦੇ ਨਾਲ ਫਰਤ ਅੱਬਾਸ ਸ਼ਾਹ ਸਾਹਿਬ, ਜਿਹਨੂੰ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ। ਡਾਕਟਰ ਸਾਹਿਬ, ਗੱਲ ਇਹ ਹੈ ਕਿ ਤੁਸੀਂ ਦੱਸਿਆ ਕਿ ਜਨਾਬ ਰਾਤੀ ਅਗਰ ਅਸੀਂ ਦੰਦ ਸਾਫ਼ ਨਹੀਂ ਕਰਦੇ ਤਾਂ ਇਹਦਾ ਮਤਲਬ ਅਸੀਂ ਬਿਮਾਰੀਆਂ ਨੂੰ ਆਪਣੇ ਵੱਲ ਸੱਦ ਰਹੇ ਹਾਂ। ਯਾਨੀ ਅਸੀਂ ਬਿਮਾਰੀਆਂ ਕੋਲ ਬਚਣ ਵਾਸਤੇ ਰਾਤੀ ਦੰਦ ਸਾਫ਼ ਕਰਨੇ ਨੇ ਔਰ ਲੋਕਾਂ ਨੂੰ ਵਿਖਾਉਣ ਵਾਸਤੇ ਸਵੇਰੇ ਦੰਦ ਸਾਫ਼ ਕਰਨੇ ਨੇ। ਸਾਦਾ ਜਿਹਾ ਫਾਰਮੂਲਾ ਤੇ ਸਮਝ ਆ ਗਿਆ। ਹੁਣ ਇਹ ਦੱਸੋ ਕਿ ਜਦੋਂ ਅਸੀਂ ਰਾਤੀ ਦੰਦ ਅਗਰ ਸਾਫ਼ ਨਹੀਂ ਕਰਦੇ ਤਾਂ ਉਹ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਸਾਨੂੰ ਹੋ ਸਕਦੀਆਂ ਨੇ, ਜਾਂ ਖੁਦਾ ਨਾ ਖਾਸਤਾ ਅਸੀਂ ਕਿਹੜੀ ਮੁਸ਼ਕਿਲ 'ਚ ਪੈ ਸਕਦੇ ਹਾਂ ਅਗਰ ਅਸੀਂ ਰਾਤੀ ਦੰਦ ਸਾਫ਼ ਨਹੀਂ ਕਰ ਦਿੱਤੇ? ਬਿਲਕੁਲ, ਜਦੋਂ ਖੁਰਾਕ ਦੇ ਬਚੇ ਕੋਈ ਜ਼ਰਾਤ ਮੂੰਹ 'ਚ ਰਹਿ ਜਾਣਗੇ ਔਰ ਇਨਸਾਨੀ ਥੂਕ 'ਚ ਮੌਜੂਦ ਜਿਹੜੇ ਬੈਕਟੀਰੀਆ ਉਹਨਾਂ ਨੂੰ ਮਿਲਦੇ ਨੇ, ਤੇ ਸਭ ਤੋਂ ਪਹਿਲੇ ਮਸੂੜਿਆਂ ਦੀ ਸੋਜ਼ਿਸ਼ ਆਉਂਦੀ ਹੈ, ਗਮ ਇਨਫਲੇਮੇਸ਼ਨ ਜਿਹਨੂੰ ਕਹਿੰਦੇ ਆ। ਉਹ 'ਚ ਮਸੂੜੇ ਸੁੱਜ ਜਾਂਦੇ ਨੇ, ਸੁਰਖ ਹੋ ਜਾਂਦੇ ਨੇ, ਬਲੀਡ ਕਰਨਾ ਸ਼ੁਰੂ ਕਰ ਦਿੰਦੇ ਨੇ, ਮਸੂੜਿਆਂ 'ਚ ਖੂਨ ਆਉਣਾ ਸ਼ੁਰੂ ਹੋ ਜਾਂਦਾ, ਬਦਬੂ ਆਉਂਦੀ ਹੈ। ਔਰ ਅਲਟੀਮੇਟਲੀ ਕੀ ਹੁੰਦਾ ਵੀ ਦੰਦ ਜੇ ਤੁਸੀਂ ਇਹਦਾ ਇਲਾਜ ਨਹੀਂ ਕਰਾਉਂਦੇ ਤਾਂ ਕੁਝ ਅਰਸੇ ਬਾਅਦ ਦੰਦ ਹਿਲਣਾ ਸ਼ੁਰੂ ਹੋ ਜਾਂਦੇ ਨੇ। ਤੁਸੀਂ ਫੇਰ ਵੀ ਨਹੀਂ ਇਲਾਜ ਕਰਾਉਂਦੇ, ਫਿਰ ਦੰਦ ਬਿਲਾਖਰ ਸਾਨੂੰ ਕੱਢਣੇ ਪੈਂਦੇ ਨੇ, ਫਿਰ ਮਸਨੂਈ ਦੰਦਾਂ 'ਤੇ ਆਉਣਾ ਪੈਂਦਾ। ਇੱਕ ਗੱਲ। ਸੈਕਿੰਡ ਹੈ ਵੀ ਜੇ ਤੁਸੀਂ ਮਸੂੜਿਆਂ ਦੀ ਬਲੀਡਿੰਗ ਨੂੰ ਤੁਸੀਂ ਇਗਨੋਰ ਕਰਦੇ ਹੋ, ਉਹਨੂੰ ਕੋਈ ਲਿਫਟ ਨਹੀਂ ਕਰਾਉਂਦੇ ਔਰ ਉਸੇ ਹੀ ਚੱਲਦਾ ਰਹਿੰਦਾ ਹੈ, ਤਾਂ ਉਹ ਖੂਨ ਜਿਹੜਾ ਤੁਸੀਂ ਉਹਨੂੰ ਨਿਗਲ ਵੀ ਰਹੇ ਹੋ, ਨਾਲੇ ਉਹਦੇ ਅੰਦਰ ਜਿਹੜੇ ਬੈਕਟੀਰੀਆ ਗਰੋ ਕਰ ਰਹੇ ਨੇ, ਉਹ ਅਲਟੀਮੇਟਲੀ ਤੁਹਾਡੇ ਬਾਕੀ ਜਿਸਮ 'ਚ ਵੀ ਇੱਕ ਬਲੱਡ ਜਿਹੜਾ ਜਾ ਰਿਹਾ ਉਹ ਇਨਫੈਕਸ਼ਨ ਕੈਰੀ ਕਰ ਰਿਹਾ, ਇਨਫੈਕਸ਼ਨ ਨਾਲ ਲੈ ਕੇ ਜਾ ਰਿਹਾ। ਉਹ ਸਭ ਤੋਂ ਪਹਿਲੇ ਉਹਦਾ ਖਤਰਾ ਹੈ ਹਾਰਟ ਨੂੰ, ਹਾਰਟ ਅਟੈਕ ਦਾ ਖਤਰਾ ਹੈ, ਕਿਉਂਕਿ ਖੂਨ ਗਾੜਾ ਹੋਏਗਾ, ਹਾਰਟ ਦੀ ਵਰਕਿੰਗ ਵੱਧ ਜਾਏਗੀ, ਉਹਨੂੰ ਜ਼ਿਆਦਾ ਧੜਕਣਾ ਪਏਗਾ, ਉਹਦੇ ਮਸਲਸ बढ़ ਸਕਦੇ ਨੇ, ਕਾਰਡੀਓਮੈਗੈਲੀ, ਦਿਲ ਦਾ ਸਾਈਜ਼ ਬੜਾ ਹੋ ਸਕਦਾ ਹੈ। ਔਰ ਇੱਕ ਹਾਰਟ ਅਟੈਕ ਦੀ ਕਿਸਮ ਹੁੰਦੀ ਜਿਹਨੂੰ ਐਂਡੋਕਾਰਡਾਈਟਿਸ ਕਹਿੰਦੇ ਨੇ, ਸਬ ਐਕਿਊਟ ਬੈਕਟੀਰੀਆ ਐਂਡੋਕਾਰਡਾਈਟਿਸ, ਉਹ ਹੋਣ ਦਾ ਖਤਰਾ ਹੁੰਦਾ ਹੈ। ਦੂਸਰੀ ਜਿਹੜੀ ਖਤਰਨਾਕ ਚੀਜ਼ ਹੈ ਉਹ ਹੈ ਜੋੜਾਂ ਦਾ ਦਰਦ ਹੋ ਸਕਦਾ, ਆਰਥਰਾਈਟਿਸ, ਰਿਊਮੇਟਾਇਡ ਆਰਥਰਾਈਟਿਸ ਹੋ ਸਕਦਾ ਹੈ, ਆਮ ਜੋੜਾਂ ਦੇ ਮਰੀਜ਼ ਹੋ ਸਕਦੇ ਬੰਦਾ। ਤੀਸਰਾ ਇਹਦੇ ਨਾਲ ਸ਼ੂਗਰ ਹੋਣ ਦਾ ਵੀ ਖਤਰਾ ਹੈ। ਅਗਰ ਮਸੂੜਿਆਂ ਤੁਸੀਂ ਖੂਨ ਨੂੰ ਤੁਸੀਂ ਕੰਟਰੋਲ ਨਹੀਂ ਕਰਦੇ, ਇਲਾਜ ਨਹੀਂ ਕਰਾਉਂਦੇ, ਡਾਇਬੀਟੀਜ਼ ਦਾ ਖਤਰਾ ਹੈ। ਫਿਰ ਸਿਫਿਲਿਸ ਕੰਡੀਸ਼ਨ ਉਹ ਹੋ ਸਕਦੀ ਹੈ, ਫਿਰ ਸਕਿਨ ਡਿਜ਼ੀਜ਼ ਕੁਛ ਆ ਸਕਦੀਆਂ ਨੇ, ਮਤਲਬ ਜਿੰਦੀ ਬਿਮਾਰੀਆਂ ਵੀ ਹੋ ਸਕਦੀਆਂ ਨੇ। ਬਿਲਕੁਲ ਹੋ ਸਕਦੀਆਂ, ਬਿਲਕੁਲ ਐਸਾ ਹੋ ਸਕਦੀ ਤੁਸੀਂ ਉਸ ਤਰ੍ਹਾਂ ਅਨਟ੍ਰੀਟਡ ਉਹਨਾਂ ਨੂੰ ਬਗੈਰ। ਇਹਦਾ ਮਤਲਬ ਸਾਦਾ ਜਿਹਾ ਡਾਕਟਰ ਸਾਹਿਬ ਇਹ ਹੋਇਆ ਕਿ ਸਾਨੂੰ ਰਾਤੀ ਦੰਦ ਜਿਹੜੇ ਨੇ ਉਹ ਇਹਨਾਂ ਸਾਰੀਆਂ ਬਿਮਾਰੀਆਂ ਕੋਲ ਬਚਣ ਵਾਸਤੇ ਸਾਫ਼ ਕਰਨੇ ਚਾਹੀਦੇ ਨੇ, ਔਰ ਉਸ ਵੇਲੇ ਸਾਫ਼ ਕਰਨੇ ਚਾਹੀਦੇ ਨੇ ਜਦੋਂ ਅਸੀਂ ਸੌਣ ਵਾਸਤੇ ਆਪਣੇ ਬਿਸਤਰੇ ਤੇ ਜਾਣ ਲੱਗੀਏ, ਔਰ ਉਸ ਤੋਂ ਬਾਅਦ ਕੁਛ ਖਾਣੀ ਵੀ ਨਹੀਂ ਚਾਹੀਦੀ। ਯਾਨੀ ਅਗਰ ਅਸੀਂ ਉਸ ਤੋਂ ਬਾਅਦ ਫਿਰ ਸਾਰਾ ਕੁਝ ਖਾ ਲਿਆ ਤੇ ਇਹਦਾ ਮਤਲਬ ਉਹ ਜਿਹੜੀ ਪਿਛਲੀ ਸਫਾਈ ਸੀ ਸਾਰੀ ਅਸੀਂ ਜ਼ਾਇਆ ਕਰ ਲਈਏ, ਹੋ ਗਈ, ठीक हो गया। और कम से कम कुल्ली कर लो, जो दोबारा भी खाना है ना तो कुल्ली कर लो, मतलब साफ हालत 'ਚ सोना चाहिए। ਅੱਛਾ, ਇਹ ਤੇ ਤੁਸੀਂ ਦੱਸਿਆ ਉਹ ਆਦਤਾਂ ਜਿਹਦੀ ਵਜ੍ਹਾ ਤੋਂ ਸਾਡੇ ਦੰਦ ਖਰਾਬ ਹੁੰਦੇ ਨੇ, ਤੇ ਜੇ ਅਸੀਂ ਆਪਣੇ ਦੰਦਾਂ ਨੂੰ ਮੁਫੀਦ ਰੱਖਣਾ ਹੋਏ, ਜ਼ਿਆਦਾ ਟਾਈਮ ਤੱਕ ਅੱਛਾ ਰੱਖਣਾ ਹੋਏ, ਸਾਫ ਸੁਥਰਾ ਰੱਖਣਾ ਹੈ, ਤੇ ਉਹਦੇ ਵਾਸਤੇ ਜਿਹੜੀ ਚੰਗੀਆਂ ਆਦਤਾਂ ਉਹ ਕਿਹੜੀਆਂ ਹੋਣਗੀਆਂ? ਚੰਗੀਆਂ ਆਦਤਾਂ ਨੇ ਵੀ ਮਿੱਠੀਆਂ ਚੀਜ਼ਾਂ ਖਾਓ ਲੇਕਿਨ ਮਹਦੂਦ, ਔਰ ਕੋਸ਼ਿਸ਼ ਕਰੋ ਮਿੱਠੀ ਚੀਜ਼ਾਂ ਖਾਣ ਤੋਂ ਬਾਅਦ ਬਰਸ਼ ਕਰ ਲਓ, ਦੰਦਾਂ 'ਤੇ ਚੁਪਕੀਆਂ ਨਾ ਰਹਿ ਜਾਣ। ਅਗੇਨ ਉਹ ਚੁਪਕੀਆਂ ਰਹਿਣਗੀਆਂ ਤੇ ਫਿਰ ਥੁੱਕ ਦੇ ਜਰਾਸੀਮ ਕੰਮ ਖਰਾਬ ਕਰਨਗੇ। ਫਿਰ ਦੂਸਰਾ ਨਸ਼ਾਸਤਾਦਾਰ ਗਜ਼ਾਵਾਂ, ਚਾਵਲ, ਆਲੂ, ਇਹ ਮਨਾ ਨਹੀਂ ਕਰ ਰਹੇ, ਖਾਣ ਤੋਂ ਜ਼ਰੂਰ ਖਾਓ ਲੇਕਿਨ ਖਾਣ ਤੋਂ ਬਾਅਦ ਬਰਸ਼ ਕਰ ਲਓ। ਇਹ ਵੀ ਨਸ਼ਾਸਤਾ ਸਭ ਤੋਂ ਵੱਡਾ ਦੁਸ਼ਮਣ ਹੈ ਦੰਦਾਂ ਦਾ ਔਰ ਮਸੂੜਿਆਂ ਦਾ। ਨਿਸ਼ਾਸਤੇ 'ਚ ਡਾਕਟਰ ਸਾਹਿਬ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਾਡੇ ਆਮ ਸੁਣਨ ਵਾਲਿਆਂ ਤੱਕ, ਤਾਂ ਕਿ ਸਾਨੂੰ ਜ਼ਰਾ ਕਲੀਅਰ ਹੋ ਜਾਵੇ? ਬਿਲਕੁਲ ਸਰ, ਆਲੂ, ਚਾਵਲ, ਹਰ ਉਹ ਚੀਜ਼ ਜਿਹੜੀ ਮੈਦੇ ਵੱਲ ਜਾ ਰਹੀ ਹੈ, ਰਸ, ਬੰਸ, ਡਬਲ ਰੋਟੀ, ਬੇਕਰੀ ਦੇ ਸ਼ੈਵਾਂ ਜਿਹਨਾਂ ਨੂੰ ਅਸੀਂ ਆਮ ਤੌਰ ਤੇ ਆਖਦੇ ਹਾਂ, ਉਹਨਾਂ ਤੋਂ ਬਚਣ ਦੀ ਜ਼ਰਾ ਕੋਸ਼ਿਸ਼ ਕਰੀਏ। ਬਿਲਕੁਲ ਬਚਣ ਦੀ, ਮਤਲਬ ਕੋਲੋਂ ਦੀ ਲੰਘ ਜਾਓ, ਅੰਦਰ ਨਾ ਜਾਓ ਬੇਕਰੀ, ਠੀਕ ਹੈ, ਅੰਦਰ ਡਬਲ ਰੋਟੀ ਲੈ ਕੇ ਆ ਜਾਓ, ਠੀਕ ਹੈ। ਔਰ ਮਤਲਬ ਮੈਦੇ ਵਾਲੀਆਂ, ਸਟਾਰਚ ਵਾਲੀਆਂ ਚੀਜ਼ਾਂ, ਨਸ਼ਾਸੇ ਵਾਲੀਆਂ ਚੀਜ਼ਾਂ, ਇਹਨਾਂ ਤੋਂ ਦੂਰ ਰਹੋ। ਜੇ ਖਾਣੀਆਂ ਤੇ ਖਾਣ ਤੋਂ ਫੌਰਨ ਬਾਅਦ ਪਹਿਲੇ ਬਰਸ਼ ਕਰੋ, ਫਿਰ ਕੋਈ ਹੋਰ ਕੰਮ ਕਰੋ। ਅੱਛਾ, ਬੜਾ ਅੱਛਾ ਫਾਰਮੂਲਾ ਹੈ ਕਿ ਅਗਰ ਤੁਸੀਂ ਖਾਣੀਆਂ ਨੇ ਤੁਸੀਂ ਖਾਓ, ਮਤਲਬ ਅੱਲਾਹ ਤਾਲਾ ਨੇ ਸਾਰੀਆਂ ਸ਼ੈਵਾਂ ਸਾਡੇ ਵਾਸਤੇ ਬਣਾਈਆਂ ਨੇ, ਲੇਕਿਨ ਉਸ ਤੋਂ ਬਾਅਦ ਦੰਦ ਜ਼ਰੂਰ ਸਾਫ਼ ਕਰ ਲਓ, ਔਰ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਅਗਲੀ ਜਦੋਂ ਤੁਸੀਂ ਕੋਈ ਇੰਜ ਦੀ ਸ਼ੈ ਖਾਣੀ ਹੈ ਤੇ ਫਿਰ ਉਸ ਤੋਂ ਬਾਅਦ ਸਾਫ਼ ਕਰੋ। ਯਾਨੀ ਇੱਕ ਵਾਰੀ ਸਵੇਰੇ ਉੱਠ ਕੇ ਦੰਦ ਸਾਫ਼ ਕਰ ਲੈਣਾ ਕਾਫੀ ਨਹੀਂ ਹੈ। ਬਿਲਕੁਲ ਸਰ, ਮੈਂ ਆਪਣੇ ਮਰੀਜ਼ਾਂ ਨੂੰ ਮਿਸਾਲ ਦਿੰਦਾ, ਤੁਸੀਂ ਖਾਣਾ ਜਿਸ ਬਰਤਨ 'ਚ ਖਾਂਦੇ ਹੋ ਉਹ ਸਾਫ਼ ਹੁੰਦਾ ਜਾਂ ਗੰਦਾ ਹੁੰਦਾ? ਜੀ ਸਾਫ਼ ਹੁੰਦਾ, ਤੇ ਯਾਰ ਮੂੰਹ ਨੂੰ ਵੀ ਸਾਫ਼ ਰੱਖੋ, ਜਿਹਦੇ ਥਰੂ ਤੁਸੀਂ ਖਾਣਾ, ਠੀਕ ਉਹ ਵੀ ਸਾਫ਼ ਹੋਣਾ ਚਾਹੀਦਾ ਨਾ। ਬੜੀ ਅੱਛੀ ਗੱਲ ਤੁਸੀਂ ਕੀਤੀ ਹੈ ਸ਼ਾਹ ਜੀ। ਸ਼ਾਇਰੀ ਜ਼ਾਹਿਰ ਹੈ ਬੈਨ ਅਲ-ਅਕਵਾਮੀ ਤੌਰ 'ਤੇ ਸਾਡੀ ਜਿਹੜੀ ਪੰਜਾਬੀ ਸ਼ਾਇਰੀ ਹੈ ਉਹਨੂੰ ਮੰਨਿਆ ਜਾ ਰਿਹਾ ਔਰ ਸੁਣਿਆ ਜਾ ਰਿਹਾ, ਔਰ ਉਹਦੇ ਸੁਣਨ ਵਾਲੇ, ਲਿਖਣ ਵਾਲੇ ਬਹੁਤ ਸਾਰੇ ਲੋਕ ਨੇ ਜਿਹੜੇ ਇੰਟਰਨੈਸ਼ਨਲੀ ਕੰਮ ਕਰ ਰਹੇ ਨੇ। ਪਾਕਿਸਤਾਨ 'ਚ ਵੀ ਜ਼ਾਹਿਰ ਹੈ ਬਹੁਤ ਸਾਰਾ ਕੰਮ, ਬਹੁਤ ਸਾਰੇ ਇਦਾਰੇ ਵੀ ਕਰ ਰਹੇ ਨੇ, ਬਹੁਤ ਸਾਰੇ ਤੁਹਾਡੇ ਵਰਗੇ ਸੂਝਵਾਨ ਨੇ ਜਿਹੜੇ ਪੰਜਾਬੀ ਵਾਸਤੇ ਕੰਮ ਕਰ ਰਹੇ ਨੇ। ਤੁਸੀਂ ਕੀ ਸਮਝਦੇ ਹੋ ਕਿ ਸਾਡੀ ਜਿਹੜੀ ਪਾਕਿਸਤਾਨ 'ਚ ਲਿਖੀ ਜਾ ਰਹੀ ਹੈ ਪੰਜਾਬੀ ਸ਼ਾਇਰੀ, ਪੰਜਾਬੀ ਨਸਰ ਜਿਹੜੀ ਹੈ, ਉਹ ਇੰਟਰਨੈਸ਼ਨਲ ਲੈਵਲ 'ਤੇ ਅਸੀਂ ਉਹਦੇ ਨਾਲ ਕੰਪੈਰੀਜ਼ਨ ਕਰ ਰਹੇ ਹਾਂ, ਅਸੀਂ ਉਹਦੇ ਕੰਪੀਟੀਸ਼ਨ 'ਚ ਹੈ, ਯਾਨੀ ਸਾਡੇ ਲਿਖਣ ਵਾਲੇ ਇੰਟਰਨੈਸ਼ਨਲ ਲਿਖਣ ਵਾਲਿਆਂ ਦੇ ਨਾਲ ਮੁਕਾਬਲੇ 'ਚ ਬਿਲਕੁਲ ਠੀਕ ਚੱਲ ਰਹੇ ਨੇ, ਜਾਂ ਸਾਨੂੰ ਇਹਦੇ ਬਾਰੇ 'ਚ ਕੁਝ ਹੋਰ ਸੋਚਣ ਦੀ ਲੋੜ ਹੈ?
ਡਾਕਟਰ ਸਾਹਿਬ ਦੀ ਗੱਲ ਨਾਲ ਰਿਲੇਟ ਕਰਾਂਗਾ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਖਾਣਾ ਹੋਵੇ ਜਿੱਥੇ ਤੇ ਬਰਤਨ ਵੀ ਸਾਫ਼ ਕਰਨੇ ਤੇ ਮੂੰਹ ਵੀ ਕਰ ਲੈਣਾ ਚਾਹੀਦਾ। ਠੀਕ ਹੈ। ਸਹੀ। ਤੇ ਮੈਂ ਵਿੱਚ ਇਜ਼ਾਫਾ ਥੋੜਾ ਜਿਹਾ ਡਾਕਟਰ ਸਾਹਿਬ ਦੀ ਇਜਾਜ਼ਤ ਨਾਲ ਕਰ ਰਿਹਾ ਕਿ ਸ਼ਾਇਰੀ ਵਾਸਤੇ ਦਿਲ ਦੀ ਸਫਾਈ ਬੜੀ ਜ਼ਰੂਰੀ ਹੈ। ਵਾਹ ਵਾਹ। ਵਾਹ। ਕਿ ਅਗਰ ਸ਼ਾਇਰੀ ਕਰਨੀ ਹੈ ਕਿਸੇ ਨੇ ਜਾਂ ਕੋਈ ਇਲਮ ਦੇ ਹਵਾਲੇ ਨਾਲ ਕੋਈ ਤਹਕੀਕ ਹੈ, ਇਲਮੀ ਕੋਈ ਗੱਲ ਹੈ, ਤੇ ਉਹਦੇ ਵਾਸਤੇ ਵੀ ਦਿਲ ਦਾ ਸਾਫ਼ ਸੁਥਰਾ ਹੋਣਾ, ਪਾਕੀਜ਼ ਹੋਣਾ ਬੜਾ ਜ਼ਰੂਰੀ ਹੈ। ਔਰ ਇਹ ਚੀਜ਼ ਸਾਨੂੰ ਉਰਦੂ ਦੀ ਬਜਾਏ ਸੂਫੀਆ ਦੇ ਕਲਾਮ ਵਿੱਚੋਂ ਜ਼ਿਆਦਾ ਲੱਭਦੀ ਹੈ, ਕਿਉਂਕਿ ਸੂਫੀਆ ਦਾ ਜਿਹੜਾ ਬੁਨਿਆਦੀ ਸਬਕ ਹੀ ਤਤਹੀਰ ਨਫਸ ਹੈ ਔਰ ਪਾਕੀਜ਼ਗੀ ਕਲਬ ਹੈ। ਅਗਰ ਦਿਲ ਸਾਫ਼ ਨਹੀਂ ਹੈ ਤੇ ਸ਼ੇਰ ਸੋਹਣਾ ਕਿਵੇਂ ਉਤਰ ਸਕਦਾ ਹੈ ਜਿਸ ਦਿਲ ਵਿੱਚ ਕੋਈ ਮੈਲ ਰਹਿ ਜਾਏ ਕੋਈ। ਔਰ ਚूँकि ਪੰਜਾਬੀਆਂ ਔਰ ਤੁਸੀਂ ਇਹ ਵੇਖੋ ਕਿ ਉਰਦੂ ਸ਼ਾਇਰੀ ਜਾਂ ਅੰਗਰੇਜ਼ੀ ਦੇ ਸਾਡੇ ਤੱਕ ਬਹੁਤ ਘੱਟ ਪਹੁੰਚਦੀ ਆਮ ਕਾਰੀ ਤੱਕ, ਤੇ ਉਰਦੂ ਵੀ ਦੀਆਂ ਗਜ਼ਲਾਂ ਵੀ ਲੈ ਲਓ ਕਿ ਅੱਛੀਆਂ ਗਜ਼ਲਾਂ ਤੇ ਮਿਲਦੀਆਂ ਨੇ ਸਾਨੂੰ, ਲੇਕਿਨ ਬਹੁਤ ਅੱਛੀਆਂ ਸ਼ਾਇਦ ਫਿਰ ਪੜ੍ਹਨੀਆਂ ਪੈਂਦੀਆਂ ਨੇ ਔਰ ਨਜ਼ਮ ਜਿਹੜੀ ਹੈ ਉਹ ਗਾਈ ਘਟ ਗਈ। ਜਦਕਿ ਸੂਫੀਆ ਦਾ ਕਲਾਮ ਜਿਹੜਾ ਹੈ ਉਹ ਮਿਲਿਆ ਹੀ ਸਾਨੂੰ ਗਾਇਕੀ ਦੇ ਹਵਾਲੇ ਨਾਲ ਜ਼ਿਆਦਾ ਹੈ, ਲੋਕਾਂ ਦੇ ਕੰਨਾਂ ਤੱਕ, ਚਾਹੇ ਉਹ ਪਿੰਡਾਂ ਥਾਵਾਂ 'ਚ ਲੋਕਾਂ ਗਾਈ ਹੈ ਤੇ ਚਾਹੇ ਉਹ ਰੇਡੀਓ ਟੀਵੀ ਦੇ ਜ਼ਰੀਏ ਪਹੁੰਚੀ ਹੈ। ਤੇ ਅੱਜ ਦਾ ਜਿਹੜਾ ਲਿਖਣ ਵਾਲੇ ਦੀ ਜਿਹੜੀ ਇਹ ਤਰਬੀਅਤ ਹੋਈ ਹੈ ਨਾ ਜੀ, ਇਹ ਬੇਪਨਾਹ ਹੈ ਔਰ ਇਤਨਾ ਸੋਹਣਾ ਲੋग ਲਿਖ ਰਹੇ हैं इस वक्त। और ख़ास तौर पर यानी कि लाहौर तो चूँकि मरकज़ है, लेकिन मज़ाफ़ात भी बड़े सोहने शायर, सोहनी लहजे, सोहनी पंजाबी। और ख़ास तौर पर मैं इस गल का जिहड़ा ना जी वो कहांगा कि गज़ल, उर्दू गज़ल पहले ज़्यादा ताकतवर सी आज तो 10-20 साल पहले, लेकिन हुण मेरा ख्याल है कि पंजाबी गज़ल ज़्यादा ताकतवर। ਬੜੀ ਸੋਹਣੀ ਤੁਸੀਂ ਗੱਲ ਕੀਤੀ ਸ਼ਾਹ ਜੀ। ਇਹ ਦੱਸੋ ਕਿ ਤੁਸੀਂ ਜਿਸ ਤਰ੍ਹਾਂ ਹੁਣੇ ਗਾ ਕੇ ਸਾਨੂੰ ਸੁਣਾਇਆ, ਇਹਦੇ ਚ ਨਾਲ ਦੱਸੋ ਕਿ ਗਾਇਕੀ ਜਿਹੜੀ ਹੈ ਉਹ ਕਿੰਨੀ ਕੁ ਉਹਦੇ ਚ ਇਜ਼ਾਫਾ ਕਰਦੀ ਹੈ ਤੁਹਾਡੀ ਅੱਛੀ ਸ਼ਾਇਰੀ ਦੇ ਹਵਾਲੇ ਨਾਲ? ਕਿਉਂਕਿ ਤੁਸੀਂ ਜਦੋਂ ਸ਼ਾਇਰੀ ਕਰ ਰਹੇ ਹੋ ਤੇ ਮੈਨੂੰ ਪਤਾ ਹੈ ਕਿ ਤੁਸੀਂ ਬਾਕਾਇਦਾ ਕਲਾਸੀਕਲ ਜਿਹੜਾ ਉਹਨੂੰ ਸਿੱਖਿਆ ਹੈ। ਸਾਡਾ ਜਿਹੜਾ ਕਲਾਸੀਕਲ ਗਾਣਾ ਹੈ ਨਾ ਜੀ, ਸਾਡੇ ਬੜੇ ਮਿਹਰਬਾਨ ਨੇ ਉਸਤਾਦ ਕਮਰੁਜ਼ਮਾਂ ਬਦਰੁਜ਼ਮਾਂ, ਮੇਰਾ ਖਿਆਲ ਹੈ ਉਹੀ ਤੁਹਾਡੇ ਉਸਤਾਦ ਨੇ। ਜੀ ਉਹਨਾਂ ਕੋਲ ਵੀ ਸਿੱਖਿਆ, ਗੁਲਾਮ ਸ਼ਬੀਰ ਸਾਹਿਬ ਕੋਲ ਸਿੱਖਿਆ। ਠੀਕ ਹੋ ਗਿਆ। ਤੇ ਕਿਆ ਸਮਝਦੇ ਹੋ ਕਿ ਤੁਹਾਡੀ ਸ਼ਾਇਰੀ ਨੂੰ ਬੂਸਟ ਅਪ ਕਰਨ ਵਾਸਤੇ ਤੁਹਾਡਾ ਗਾ ਕੇ ਜਿਹੜਾ ਪੜ੍ਹਨਾ ਹੈ ਜਾਂ ਗਾ ਕੇ ਸੁਣਾਉਣਾ ਹੈ ਉਹਦਾ ਕੋਈ ਫਾਇਦਾ ਹੁੰਦਾ, ਜਾਂ ਸਿਰਫ ਜਿਹੜੇ ਤੁਹਾਡੇ ਵਿਚਾਰ ਨੇ, ਜਿਹੜੇ ਤੁਹਾਡੇ ਅਸ਼ਾਰ ਦੇ ਰਾਹੀਂ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ, ਉਹ ਹੀ ਕਾਫੀ ਹੁੰਦੇ ਨੇ? अच्छा, वैसे मौसीकी जड़ी है वो ज़्यादा अच्छी शायरी दी मोहताज है। ठीक है। अच्छी शायरी ज़्यादा मौसीकी दी मोहताज नहीं है। बहुत सोहनी मौसीकी लोगों तक पहुँचाने का एक टूल ज़रूर है कि एक वड्डी आडियंस तक शायरी पहुँचती है। और बहुत सारे शायर, तुसी हैरान होवोगे कि वो सिर्फ गाई गई शायरी दे जरिए इंट्रोड्यूस होए और पॉपुलर होए, जिहदे विच वेखो नासिर काज़मी साहब, अहमद फराज साहब, हत्ता के फैज साहब, वो ਜਿਹੜੀਆਂ ਉਸ ਵਕਤ ਰੇਡੀਓ ਪਾਕਿਸਤਾਨ ਬਹੁਤ ਹੀ ਇੱਕ ਇਹ ਵੱਡਾ ਪਾਕਿਸਤਾਨ ਟੈਲੀਵਿਜ਼ਨ ਤੇ ਜਿੰਨਾ ਕੁਝ ਵੀ ਆਇਆ ਜੀ। ਉਹਨੂੰ ਦੇਖੋ, ਜਿਸ ਤਰ੍ਹਾਂ ਮੈਡਮ ਦਾ ਇੱਕ ਪ੍ਰੋਗਰਾਮ ਇੱਥੇ ਚੱਲਦਾ ਰਿਹਾ ਤਰਨਮ ਦੇ ਹਵਾਲੇ ਨਾਲ, ਤਰਨਮ ਜਿਹੜਾ ਸੀ ਉਹ ਮੇਰਾ ਖਿਆਲ ਹੈ ਮੈਡਮ ਨੂੰ ਅਸੀਂ ਅਦਰਵਾਈਜ਼ ਤੇ ਜਾਣ ਨਹੀਂ ਆ, ਉਹਨਾਂ ਦੀ ਅਸੀਂ ਗਾਇਕੀ ਤੋਂ ਸਭ ਵਾਕਿਫ ਸਾਂ, ਲੇਕਿਨ ਉਹ ਗਜ਼ਲਾਂ, ਉਹ ਨਜ਼ਮਾਂ ਜਿਹੜੀਆਂ ਉਹਨਾਂ ਨੇ ਇਸੇ ਸਟੂਡੀਓ 'ਚ ਖਲੋ ਕੇ ਗਾਈਆਂ ਔਰ ਸਾਡੀ ਆਡੀਅנס ਤੱਕ ਪਹੁੰਚੀਆਂ, ਉਹ ਮੇਰਾ ਖਿਆਲ ਪਪੂਲੈਰਿਟੀ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਅੱਗੇ ਸਨ, ਜੇ ਜਾਏ ਕਿ ਉਹ ਜਿਹੜਾ ਫਿਲਮੀ ਗਾਣੇ ਸਨ ਉਹਨਾਂ ਦੀ ਨਿਸਬਤ। ਠੀਕ ਹੈ। लेकिन बहरहाल ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੌਸੀਕੀ ਦੇ ਜ਼ਰੀਏ ਜੋ ਅਗਰ ਧੁਨ ਅੱਛੀ ਬਣ ਜਾਏ, ਗਾਣ ਵਾਲਾ ਅੱਛਾ ਹੋਵੇ, ਤੇ ਉਹ ਜਿਹੜੀ ਸ਼ਾਇਰੀ ਦੇ ਵਿੱਚ ਅਹਿਸਾਸ ਮੌਜੂਦ ਹੈ, ਜੋ ਕੈਫੀਅਤ ਹੈ ਉਹ ਉਜਾਗਰ ਹੋ ਜਾਂਦੀ। ਬਾਜ਼ੂ ਕਾ ਇੰਜ ਵੀ ਹੁੰਦਾ ਹੈ ਕਿ ਸ਼ਾਇਰੀ ਹੋਰ ਤਰ੍ਹਾਂ ਦੀ ਹੈ, ਧੁਨ ਹੋਰ ਤਰ੍ਹਾਂ ਦੀ ਬਣ ਗਈ ਹੈ ਤੇ ਉਹ ਬਿਲਕੁਲ ਹੀ ਮਕਸਦ ਹੀ ਫੌਤ ਹੋ ਜਾਂਦਾ। ਲੇਕਿਨ ਅਗਰ ਕੰਪੋਜ਼ਰ ਅੱਛਾ ਹੈ ਔਰ ਗਾਣ ਵਾਲਾ ਵੀ ਇਨਸਾਫ ਕਰਦਾ ਹੈ, ਉਹਦੇ ਮਿਊਜ਼ਿਕ ਅੱਛਾ ਬਣ ਜਾਏ, ਪੀਸਿਸ, ਉਹ ਮਿਜ਼ਾਜ ਅਗਰ ਟੈਲੀ ਹੋ ਜਾਏ, ਰਿਲੇਟ ਹੋ ਜਾਏ, ਕੈਫੀਅਤ ਜਿਹੜੀ ਹੈ, ਤੇ ਫਿਰ ਜੋ ਇੰਪੈਕਟ ਉਹ ਤੇ ਫਿਰ ਰਵਾ ਵੀ ਦਿੰਦੀ ਹੈ ਮੌਸੀਕੀ, ਗਾਣੇ ਰਵਾ ਵੀ। ਔਰ ਮੌਸੀਕੀ ਜਿਹੜੀ ਉਹ ਜ਼ਾਹਿਰ ਹੈ ਸਾਡੇ ਜਜ਼ਬਾਤ ਦੀ ਇੱਕ ਬੜੀ ਖੂਬਸੂਰਤ ਤਰਜਮਾਨੀ ਹੁੰਦੀ ਹੈ ਨਾ। ਸਾਨੂੰ, ਅਸੀਂ ਜਿਸ ਤਰ੍ਹਾਂ ਦਾ ਮੂਡ ਸਾਡਾ ਹੁੰਦਾ ਹੈ, ਅਸੀਂ ਉਸ ਤਰ੍ਹਾਂ ਦੀ ਗੱਲ ਸੁਣਨਾ ਚਾਹੁੰਦੇ ਹਾਂ, ਜਾਂ ਉਸ ਗੱਲ ਨੂੰ ਸੁਣ ਕੇ ਅਸੀਂ ਬਾਅਦ ਦਫਾ ਰੋਂਦੇ ਵੀ ਹਾਂ, ਹੱਸਦੇ ਵੀ ਹਾਂ, ਅਸੀਂ ਆਪਣੇ ਆਪ ਨੂੰ ਗਾਣਿਆਂ ਨਾਲ ਰਿਲੇਟ ਕਰ ਲੈਂਦੇ ਹਾਂ। ਤੁਸੀਂ ਵੇਖੋ ਕਿ ਸ਼ਾਹ ਹੁਸੈਨ ਸਾਹਿਬ ਨੇ ਬਾਕਾਇਦਾ ਰਾਗ ਦੱਸੇ ਹੋਏ ਨੇ ਆਪਣੀ ਕਾਫੀਆਂ ਦੇ ਨਾਲ। और यह जी इतनी उन्होंने मशहूर हुई कि माए नहीं मैं किनू आखा, ये जनाब मुर्शिद पाक ने आप इधर राग भी भीम पलासी तजवीज़ किया है। और वो वेखो जदों गाई गई, शायद मैंने लगता है कि कंपोज़र ने और बेला साहब की आवाज़ और कंपोज़र ने जो दी धुन बनाई, वो लगता है कि बिल्कुल वो जो उन्होंने सोचे होएगा लिखते हुए शाह हुसैन साहब ने, वो इंज हो गया एक में कोया। तो की अज तक किन्ने साल वरियां हो गए ने, तो
ਤਾਜ਼ਾ ਅੱਛਾ ਸ਼ਾਹ ਜੀ, ਉਹ ਸ਼ਰੀਲਾ ਸ਼ਾਇਦ ਇਸ ਲਈ ਹੋ ਗਿਆ ਨਾ ਕਿ ਉਹ ਜਿਹੜੇ ਸਾਡੇ ਵੱਡੇ ਲਿਖਣ ਵਾਲੇ ਸਾਡੇ ਬਾਬੇ ਜਿਹੜੇ ਸਨ ਨਾ, ਉਹਨਾਂ ਨੂੰ ਮੌਸੀਕੀ ਤੇ ਬਹੁਤ ਜ਼ਿਆਦਾ ਅਬੂਰ ਹਾਸਲ ਸੀ। ਉਹਨਾਂ ਨੂੰ ਕਲਾਸੀਕਲ ਗਾਇਕੀ ਦਾ ਪਤਾ ਸੀ, ਰਾਗ ਰਾਗਨੀਆਂ ਦਾ ਪਤਾ ਸੀ। ਉਹ ਬਾਜ਼ ਦਫਾ ਉਸੇ ਮੀਟਰ 'ਚ ਲਿਖਦੇ ਸਨ। ਉਹ ਜਿਹੜਾ ਮੀਟਰ ਸੀ ਨਾ ਜੀ, ਉਹਨਾਂ ਦਾ ਉਹੀ ਹੁੰਦਾ ਸੀ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸ਼ਾਹ ਹੁਸੈਨ ਨੇ ਦੱਸਿਆ ਕਿ ਔਰ ਫਿਰ ਜਿਹੜੇ ਹਮਦ ਅਲੀ ਬੇਲਾ ਸਾਹਿਬ, ਉਹਨਾਂ ਨੇ ਕਮਾਲ ਕੀਤਾ। ਔਰ ਫਿਰ ਸੁਣ ਕੇ ਹਮੇਸ਼ਾ ਆਪਣੀ ਆਪਣੀ ਮਾਂ ਚੇਤੇ ਆਉਂਦੀ ਹੈ ਔਰ ਹਮੇਸ਼ਾ ਦਿਲ ਨੂੰ ਲੱਗਦਾ ਕਿ ਖਿੱਚ ਜੀ ਪੈਂਦੀ ਹੈ ਨਾ। ਡਾਕਟਰ ਸਾਹਿਬ, ਗੱਲ ਸਿਆਣਿਆਂ ਲੋਕਾਂ ਦੀ ਹੋ ਰਹੀ ਹੈ। ਤੁਸੀਂ ਦੱਸੋ ਕਿ ਸਾਡੀਆਂ ਅਕਲ ਦਾੜ ਜਿਹੜੀ ਹੁੰਦੀ ਹੈ, ਬਹੁਤ ਸਾਰੇ ਲੋਕਾਂ ਨੂੰ ਬੜਾ ਸਾਰਾ ਮਸਲਾ ਹੁੰਦਾ ਹੈ। ਇਹ ਦੱਸੋ ਕਿ ਕਿਆ ਅਕਲ ਦਾੜ ਦੇ ਨਾਲ ਸੱਚੀ ਮੁੱਚੀ ਕੋਈ ਅਕਲ ਦਾ ਤਾਲੁਕ ਹੈ ਜਾਂ ਬਸ ਠੀਕ ਹੈ? ਮਤਲਬ ਸਰ ਇਹ ਚੁੱਕੇ ਮੈਂ ਤੁਹਾਨੂੰ ਦੱਸਾਂ, ਦੁੱਧ ਦੇ ਦੰਦ 6 ਮਹੀਨੇ ਦੀ ਉਮਰ 'ਚ ਆਉਣਾ ਸ਼ੁਰੂ ਹੋ ਜਾਂਦੇ ਨੇ। ਠੀਕ ਹੈ। ਜਦੋਂ ਬੱਚਾ 6 ਮਾਹ ਦਾ ਹੁੰਦਾ ਔਰ ਜੇ 6 ਸਾਲ ਦਾ ਹੁੰਦਾ ਤਾਂ ਦੁੱਧ ਗਿਰਨੇ ਸ਼ੁਰੂ ਹੋ ਜਾਂਦੇ ਨੇ ਔਰ 12 ਸਾਲ ਤੱਕ ਪੱਕੇ ਦੰਦ ਆ ਜਾਂਦੇ ਨੇ। ਠੀਕ ਹੋ ਗਿਆ। ਅਕਲ ਦਾੜ ਵਾਹਿਦ ਦਾੜ ਹੈ ਜਿਹੜੀ ਕਿ ਬੜੀ ਦੇਰ ਨਾਲ ਆਉਂਦੀ, 17-18 ਦੀ ਸਾਲ ਦੀ ਉਮਰ ਵਿੱਚ। ਮੈਂ 35-40 ਸਾਲਾਂ ਦੇ ਲੋਕਾਂ ਦੀ ਵੀ ਅਕਲ ਦਾੜ ਨਿਕਲਦਿਆਂ ਵੇਖੀ ਔਰ ਸੁਣੀ ਹੈ। ਸਰ ਮੈਂ ਆਪਣੀ ਕਲੀਨਿਕ ਤੇ 60 ਸਾਲ ਦੇ 65 ਸਾਲ ਦੇ ਬੰਦਿਆਂ ਦੀ ਬਸ ਫਿਰ ਠੀਕ ਹੈ। ਅਬ ਚੁੱਕੇ ਇਹ ਅਕਲ ਵੀ ਦੇਰ ਨਾਲ ਆਉਂਦੀ ਤੇ ਦਾੜ ਵੀ ਦੇਰ ਨਾਲ ਆਉਂਦੀ ਤੇ ਇਹਦਾ ਨਾਮ ਅਕਲ ਦਾੜ ਪੈ ਗਿਆ। ਔਰ ਹੈਰਤ ਦੀ ਗੱਲ ਹੈ, ਸਾਡੀ ਕਿਤਾਬਾਂ 'ਚ ਵੀ ਇਹਨੂੰ ਵਿਜ਼ਡਮ ਟੂਥ ਹੀ ਕਹਿੰਦੇ ਨੇ। ਹਾਲਾਂਕਿ ਇਹਦਾ ਨਾਮ ਕੁਝ ਹੋਰ ਵੀ ਰੱਖਿਆ ਜਾ ਸਕਦਾ ਸੀ, ਲੇਕਿਨ ਚੁੱਕਿ ਸ਼ਾਇਦ ਦੇਰ ਨਾਲ ਆਉਂਦੀਆਂ ਦੋਨੋਂ ਚੀਜ਼ਾਂ, ਇਸ ਲਈ ਅਕਲ ਦਾੜ ਹੋ ਗਿਆ। ਠੀਕ ਹੋ ਗਿਆ। ਅੱਛਾ ਡਾਕਟਰ ਸਾਹਿਬ, ਮੌਸੀਕੀ ਦੀ ਗੱਲ ਹੋ ਰਹੀ ਹੈ, ਮੈਨੂੰ ਪਤਾ ਹੈ ਕਿ ਤੁਹਾਡੇ ਵੀ ਜ਼ਾਤੀ ਤੌਰ ਤੇ ਦਿਲਚਸਪੀ ਹੈ ਗਾਣੇ ਨਾਲ ਔਰ ਅੱਛਾ ਗਾਣਾ ਸੁਣਨ ਦੇ ਨਾਲ। ਤੁਸੀਂ ਦੱਸੋ ਕਿ ਜਿਹੜੇ ਆਪਣੇ ਦੰਦਾਂ ਦਾ ਜ਼ਾਹਿਰ ਹੈ ਇਹ ਖੂਬਸੂਰਤੀ ਤੇ ਹੈ ਹੀ ਹੈ, ਲੇਕਿਨ ਕਿਆ ਆਪਣੇ ਦੰਦਾਂ ਨੂੰ ਖੂਬਸੂਰਤ ਰੱਖਣ ਲਈ ਜਾਂ ਆਪਣੀ ਜਿਸਮਾਨੀ ਸਿਹਤ ਨੂੰ ਚੰਗਿਆ ਰੱਖਣ ਲਈ ਮੌਸੀਕੀ ਵੀ ਕੋਈ ਕਿਰਦਾਰ ਅਦਾ ਕਰ ਸਕਦੀ ਹੈ? ਮੈਂ ਚੁੱਕੇ ਖੁਦ ਮੈਨੂੰ ਬਹੁਤ ਦਿਲਚਸਪੀ ਹੈ, ਇਸ ਲਈ ਮੈਂ ਤੈਨੂੰ ਯੈਸ ਕਹਾਂਗਾ। ਅੱਛਾ। ਔਰ ਦੰਦਾਂ ਦੇ ਨਾਲ ਰਿਲੇਟ ਇਸ ਲਈ ਕਰਾਂਗਾ ਵੀ ਕੁਝ ਅਲਫਾਜ਼ ਐਸੇ ਨੇ ਜਿਨ੍ਹਾਂ ਦੀ ਅਦਾਇਗੀ ਵਾਸਤੇ ਦੰਦਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜ਼ੁਬਾਨ ਦੀ ਨੋਕ ਟਕਰਾਉਂਦੀ ਤਾਂ ਕੁਝ ਅਲਫਾਜ਼ ਬੋਲੇ ਜਾਂਦੇ ਨੇ, ਠੀਕ ਹੈ। ਉਹ ਦੰਦ ਨਹੀਂ ਹੋਣਗੇ ਤਾਂ ਫਿਰ ਤੁਸੀਂ ਖੁਦ ਸੋਚੋ ਕੀ ਬਣ ਜਾਏਗਾ। ਤੇ ਇਸ ਲਈ ਅੱਛੀ ਮੌਸੀਕੀ, ਅੱਛੇ ਦੰਦ ਇੱਕ ਅੱਛੀ ਸ਼ਖਸੀਅਤ ਦੇ ਲਈ ਬਹੁਤ ਜ਼ਰੂਰੀ ਨੇ। ਅੱਛਾ ਡਾਕਟਰ ਸਾਹਿਬ, ਜਿਹੜਾ ਸਾਡੇ ਦੰਦਾਂ ਦੇ ਦਰਮਿਆਨ ਚ ਖਲਾ ਹੁੰਦਾ ਹੈ ਉਹ ਵੀ ਜ਼ਾਹਿਰ ਹੈ ਬਹੁਤ ਖੂਬਸੂਰਤ। ਜਿਹੜੇ ਵੱਡੇ ਦੋ ਦੰਦ ਹੁੰਦੇ ਨਾ ਜੀ, ਪਹਿਲੇ ਦੰਦ ਜਿਨ੍ਹਾਂ ਨੂੰ ਮੈਂ ਤੇ ਖਰਗੋਸ਼ ਵਾਲੇ ਦੰਦ ਕਹਿੰਦਾ ਹੁੰਦਾ ਜੀ, ਉਹ ਜਿਹੜੇ ਖਰਗੋਸ਼ ਵਾਲੇ ਦੰਦ ਨੇ ਉਹਨਾਂ ਦੇ ਵਿੱਚ ਖਲਾ ਵੀ ਤੇ ਕੋਈ ਅਹਿਮ ਕਿਰਦਾਰ ਅਦਾ ਕਰਦਾ ਨਾ ਸਾਡੇ ਬੋਲਣ ਚ ਜਾਂ ਸਾਡੀ ਮੌਸੀਕੀ ਦੇ ਹਵਾਲੇ ਨਾਲ ਰਿਲੇਟ ਕਰਨ? ਨਹੀਂ ਸਰ, ਨਹੀਂ। ਉਹ ਬਲਕਿ ਉਹ ਸੀ ਉਸ ਖਲਾ ਨੂੰ ਅਸੀਂ ਇੱਕ ਮੈਡੀਕਲ ਇੱਕ ਐਬਨੋਰਮੈਲਿਟੀ ਕਹਿੰਦੇ ਹਾਂ, ਉਹਨੂੰ ਦੂਰ ਹੋਣਾ ਚਾਹੀਦਾ, ਉਹ ਖਲਾ ਨਹੀਂ ਹੋਣਾ ਚਾਹੀਦਾ। ਸਾਡੇ ਵੱਡੇ ਕਹਿੰਦੇ ਨੇ ਵੀ ਉਹ ਇਹ ਦੌਲਤ ਦੀ ਨਿਸ਼ਾਨੀ ਹੈ ਜਾਂ ਅਕਲਮੰਦ ਹੋਣ ਦੀ ਨਿਸ਼ਾਨੀ ਹੈ। ਇਹ ਜਸਟ ਇੱਕ ਗੱਲਾਂ ਹੀ ਬਣੀਆਂ ਨੇ, ਇਹਨਾਂ ਦਾ ਤਾਲੁਕ ਗੱਲਾਂ ਹੀ ਨਹੀਂ, ਅਸਲ ਗੱਲ ਕੋਈ ਨਹੀਂ। ਜੀ ਤੁਸੀਂ ਕੋਈ ਗੱਲ ਕਰਨਾ ਚਾਹ ਰਹੇ ਸੀ? ਮੇਰਾ ਸਵਾਲ ਫਰਹਤ ਅਬਾਸ ਸ਼ਾਨਾ ਹੈ। ਸਰ ਮੈਨੂੰ ਇਹ ਦੱਸੋ ਕਿ ਪੰਜਾਬੀ 'ਚ ਤੁਸੀਂ ਸ਼ਾਇਰੀ ਕੀਤੀ ਲੇਕਿਨ ਉਰਦੂ ਦੀ ਨਿਸਬਤ ਥੋੜੀ ਘੱਟ ਕੀਤੀ, ਤੇ ਅਸੀਂ ਪੰਜਾਬੀ ਦੇ ਵਾਧੇ ਲਈ ਹਕੂਮਤੀ ਸਤਹ ਤੇ ਕੀ ਕਰ ਸਕਦੇ ਹਾਂ? ਦੋ ਬੜੀਆਂ ਬੇਸਿਕ ਚੀਜ਼ਾਂ ਤੇ ਸਾਡੀ ਹਕੂਮਤ ਨੇ ਕਾਮਯਾਬੀ ਨਾਲ ਕੀਤੀਆਂ ਨੇ। ਜਿਸ ਤਰ੍ਹਾਂ MA PhD MPhil ਪੰਜਾਬੀ 'ਚ ਹੋ ਰਿਹਾ, ਇਹ ਬੜਾ ਸ਼ੁਕਰ ਵਾਲੀ ਗੱਲ ਹੈ। ਦੂਸਰਾ, ਲਾਹੌਰ ਦੇ ਵਿੱਚ ਪੀਲਾਕ ਦਾ ਹੋਣਾ ਔਰ ਫਿਰ ਬਾਕੀ ਸ਼ਹਿਰਾਂ ਵਿੱਚ ਇਹਦੇ ਕੋਈ ਉਹ ਵੀ ਹੋ ਰਹੇ ਨੇ, ਮੇਰੇ ਖਿਆਲ ਹੈ ਕੋਈ ਬ੍ਰਾਂਚਸ ਵੀ ਖੁੱਲਣਗੀਆਂ ਜਾਂ ਖੁੱਲ ਰਹੀਆਂ। ਫਿਰ ਇੱਕ ਰੇਡੀਓ ਸਟੇਸ਼ਨ ਦਿੱਤਾ ਪੰਜਾਬੀ ਜ਼ਬਾਨ ਦਾ, FM ਜਿਹੜਾ ਹੈ, ਔਰ ਬਾਹਰ ਵੀ ਇਹ ਅੱਛੀਆਂ ਬਹੁਤ ਹੀ ਯਾਨੀ ਕਾਬਿਲ ਸਤਾਇਸ਼ ਨੇ। ਔਰ ਇਹਨਾਂ ਨਾਲ ਬੜਾ ਫਰਕ ਪਿਆ। ਪੀਲਾਕ ਨੇ ਬਹੁਤ ਰੋਲ ਅਦਾ ਕੀਤਾ ਹੈ ਪੰਜਾਬੀ ਦੇ ਫਰੋਗ ਵਾਸਤੇ। ਔਰ ਉਹਦੇ ਵਿੱਚ ਜਦੋਂ ਵੀ ਕੋਈ ਅੱਛੇ ਅਫਸਰਾਨ ਬੈਠੇ ਹੁੰਦੇ ਨੇ ਤੇ ਉਹ ਬਿਹਤਰੀਨ ਚੱਲਦਾ ਹੈ। ਸ਼ਾਹ ਜੀ, ਉਹਦੇ 'ਚ ਮੈਂ ਤੁਹਾਡੇ ਨਾਲ ਥੋੜੀ ਜਿੰਨੀ ਇਹਦੇ 'ਚ ਐਡ ਕਰਨਾ ਚਾਹਾਂਗਾ ਸੋਨੀਆ ਦੀ ਗੱਲ ਨੂੰ ਕਿ ਦੇਖੋ ਇਹ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਵੀ ਤੇ ਵੇਖੋ ਮੈਂ ਤੁਸੀਂ ਪੰਜਾਬੀ 'ਚ ਬੋਲ ਰਹੇ ਹਾਂ ਨਾ, ਔਰ ਪੰਜਾਬੀ ਦਾ ਇੱਕ ਸੋਹਣਾ ਪ੍ਰੋਗਰਾਮ ਹੈ ਜਿਹੜਾ ਸੋਮਵਾਰ ਮੰਗਲ ਨੂੰ ਚੱਲਦਾ ਹੈ। ਹਮੇਸ਼ਾ ਤੋਂ ਜਾਰੀ ਰੱਖਿਆ ਨਾ PT ਮਿਸਾਲ ਮੈਂ ਤੋਂ ਆਂਦੇ ਨੇ ਕਿ ਅੱਜ ਵੀ ਦਿਲਦਾਰ ਪਰਵੇਜ਼ ਭੱਟੀ ਸਾਹਿਬ ਦਾ ਪ੍ਰੋਗਰਾਮ ਲੋਕਾਂ ਨੂੰ ਯਾਦ ਹੈ। ਬਿਲਕੁਲ ਠੀਕ। ਔਰ ਉਹ ਅੰਗਰੇਜ਼ੀ ਦੇ ਪ੍ਰੋਫੈਸਰ, ਬਿਹਤਰੀਨ ਉਰਦੂ ਬੋਲਣ ਵਾਲੇ, ਔਰ ਪੰਜਾਬੀ ਉਹਨਾਂ ਦੀ ਫਿਰ ਸਾਡੇ ਗੁਜਰਾਤ ਦਾ ਲਹਿਜਾ ਲਾਹੌਰ ਵਿੱਚ, ਯਾਨੀ ਪੰਜਾਬ PTV ਦਾ ਤੇ ਕਿਰਦਾਰ ਅਸੀਂ ਕਿੱਥੇ ਯਾਦ ਕਰੀਏ, ਇਹ ਤੇ ਅੰਡਰਸਟੂਡ ਹੈ। ਲੇਕਿਨ ਅਗਰ ਇਹ ਜਿਸ ਦਿਨ ਪੰਜਾਬੀ ਸਾਡੀ ਜ਼ਬਾਨ ਸਾਡੇ ਪ੍ਰਾਇਮਰੀ ਸਤਹ ਤੇ ਚਲੀ ਗਈ, ਮਿਡਲ ਵਿੱਚ ਆ ਗਈ, ਪ੍ਰਾਇਮਰੀ ਤੱਕ ਅਗਰ ਇਹ ਥੋੜੀ ਜਿਹੀ ਹੋ ਗਈ, ਲਾਜ਼ਮੀ ਹੋ ਗਈ, ਅੱਗੇ ਜਾ ਕੇ ਆਪਸ਼ਨਲ ਵੀ ਹੋ ਜਾਏ, ਤੇ ਇਹ ਮਾਂ ਬੋਲੀ ਜਿਹੜੀ ਹੈ ਨਾ ਪਤਾ ਨਹੀਂ ਕਿਤਨਾ ਫੈਲ ਜਾਏਗੀ ਔਰ ਤਰੱਕੀ ਕਰੇਗੀ। ਔਰ ਦੂਸਰਾ, ਇਹਦੇ ਵਿੱਚ ਸਾਇੰਸੀ ਅਲੂਮ ਦੀ ਜਿਹੜੀ ਇੰਟਰਪ੍ਰੀਟੇਸ਼ਨ ਜਿਹਦੇ ਵਿੱਚ ਹਿੱਸਾ ਬਣਨਾ ਹੈ ਪੰਜਾਬੀ ਜ਼ਬਾਨ ਦਾ, ਮਾਡਰਨ ਜਿਹੜੇ ਟੈਕਨੋਲੋਜੀ ਹੈ, ਕੰਪਿਊਟਰ ਹੈ, ਇਹ ਇੱਕ ਅਗਲਾ ਕੰਮ ਹੈ। ਦੂਸਰਾ, ਮੇਰੀ ਇਹ ਖਾਹਿਸ਼ ਵੀ ਹੈ ਕਿ ਇਹ ਜਿਹੜਾ ਨਾ ਜੀ ਹੁਣ ਚੀਜ਼ਾਂ ਸਾਡੀਆਂ ਡਿਜੀਟਲਾਈਜ਼ ਹੋਣੀਆਂ ਚਾਹੀਦੀਆਂ ਨੇ। ਪੰਜਾਬੀ 'ਚ ਜਿਤਨਾ ਰਿਸਰਚ ਵਰਕ ਹੈ, ਜਿਤਨਾ ਡਿਕਸ਼ਨਰੀਆਂ ਨੇ, ਜਿਤਨਾ ਕਲਾਮ ਹੈ, ਉਹ ਡਿਜੀਟਲਾਈਜ਼ ਹੋਣਾ ਜ਼ਰੂਰੀ ਹੈ। ਔਰ ਇਮਰਾਨ ਖਾਨ ਸਾਹਿਬ ਦਾ ਤੇ ਚੂੰਕਿ VN ਵੀ ਹੈ ਔਰ ਕਰ ਵੀ ਰਹੇ ਨੇ ਇਸ ਪਾਸੇ,
ਤੇ ਅਗਰ ਇਹ ਵੀ ਨਾਲ ਹੋ ਜਾਏ ਤੇ ਪੰਜਾਬੀ ਨੂੰ ਬਹੁਤ ਫਾਇਦਾ ਹੋਏਗਾ। ਅੱਛਾ ਸ਼ਾਹ ਜੀ, ਪੰਜਾਬੀ ਦੇ ਫਾਇਦੇ ਲਈ ਜਿਸ ਤਰ੍ਹਾਂ ਆਮ ਮੇਰੇ ਵਰਗੇ ਲੋਕ ਕਹਿੰਦੇ ਨੇ ਕਿ ਨਜ਼ਮ ਸ਼ਾਇਦ ਲਿਖਣਾ ਨਿਸਬਤਨ ਆਸਾਨ ਹੈ। ਗਜ਼ਲ ਦੇ ਵਿੱਚ ਤੇ ਤੁਹਾਡੀ ਟੈਕਨੀਕਲਿਟੀਜ਼ ਬਹੁਤ ਜ਼ਿਆਦਾ ਨੇ ਨਾ, ਉਹਦੀਆਂ ਬਹਿਰਾਂ ਨੇ, ਉਹਦੇ ਮਤਲਬ ਮਕਤੇ ਦਾ ਖਿਆਲ ਹੈ, ਕਾਫੀ ਰਦੀਫ ਦਾ ਖਿਆਲ ਹੈ। ਤੁਸੀਂ ਕੀ ਸਮਝਦੇ ਹੋ ਕਿ ਕਿਆ ਜਿਹੜਾ ਇੱਕ ਆਮ ਲਿਖਣ ਵਾਲਾ ਹੈ, ਤੁਹਾਡਾ ਬਹੁਤ ਜੂਨੀਅਰ ਹੈ, ਤੁਹਾਡਾ ਬਹੁਤ ਬੱਚਾ ਜਿਹੜਾ ਤੁਹਾਨੂੰ ਐਸੇ ਵੇਖ ਰਿਹਾ ਹੈ, ਉਹਨੂੰ ਕੀ ਸਮਝਦੇ ਹੋ ਕਿ ਉਹਨੂੰ ਸਟਾਰਟ ਕਰਨ ਵਾਸਤੇ ਸ਼ਾਇਰੀ ਉਹਨੂੰ ਕੁਲ ਬੁਲਾਉਂਦੀ ਰਹਿੰਦੀ ਉਹਦੇ ਅੰਦਰ ਕਿ ਯਾਰ ਉਹਦੀ ਰੂਹ ਤੜਫਦੀ ਰਹਿੰਦੀ ਹੈ ਕਿ ਮੈਂ ਕੁਝ ਨਾ ਕੁਝ ਲਿਖਣਾ ਹੈ, ਉਹ ਕੀ ਕਰੇ? ਉਹਨੂੰ ਕਿਸ ਤਰ੍ਹਾਂ ਲਿਖਣਾ ਸ਼ੁਰੂ ਕਰੇ ਕਿ ਉਹ ਤੁਹਾਡੇ ਵਰਗੇ ਜਿਹੜੇ ਅਸਾਤਜ਼ਾ ਨੇ ਉਹਨਾਂ ਤੱਕ ਜਦੋਂ ਸ਼ਾਇਦ ਅਪੜੇ ਤੇ ਉਹਨੂੰ ਲੱਗੇ ਕਿ ਨਹੀਂ ਜੀ ਮੈਂ ਕੁਝ ਕੰਮ ਕੀਤਾ ਹੈ। ਇਹ ਮੈਂ ਉਸ ਬੱਚੇ ਲਈ ਪੁੱਛ ਰਿਹਾ ਜਿਹੜਾ ਹਾਲੇ ਬਹੁਤ ਛੋਟਾ ਬੱਚਾ ਲੇਕਿਨ ਉਹਦੇ ਅੰਦਰ ਕੋਈ ਰੂਹ ਹੈ ਜਿਹੜੀ ਲਿਖਣਾ ਚਾਹੁੰਦੀ ਹੈ। ਉਹ ਨਜ਼ਮ ਤੋਂ ਸ਼ੁਰੂ ਕਰੇ, ਉਹ ਗਜ਼ਲ ਤੋਂ ਸ਼ੁਰੂ ਕਰੇ, ਨਸਰ ਲਿਖੇ, ਕੀ ਕਰੇ? ਗਜ਼ਲ ਜ਼ਿਆਦਾ ਆਸਾਨ ਹੈ। ਅੱਛਾ। ਔਰ ਇਹਦੇ ਵਿੱਚ ਚੂੰਕਿ ਇੱਕ ਇਹ ਬੁਨਿਆਦੀ ਤਰ੍ਹਾਂ ਦਾ ਇੱਕ ਸਿਨਫ ਹੈ, ਫਾਰਮੈਟ ਹੈ ਜਿਹਦੇ ਵਿੱਚ ਕਾਫੀ ਰਦੀਫ ਰਾਈਮਿੰਗ ਦੀ ਸਮਝ ਆਉਂਦੀ ਹੈ ਔਰ ਯਾਨੀ ਕਿ ਆਹੰਗ ਦੀ ਸਮਝ ਆਉਂਦੀ ਹੈ, ਬਹੂਰ ਦੀ ਸਮਝ ਆਉਂਦੀ ਹੈ। ਅਗਰ ਗਜ਼ਲ ਲਿਖਣੀ ਆ ਜਾਏ ਬੰਦੇ ਨੂੰ ਜਿਸ ਨੂੰ, ਉਹ ਫਿਰ ਨਜ਼ਮ ਵਿੱਚ ਉਹਦੇ ਵਾਸਤੇ ਆਸਾਨੀ ਹੋ ਜਾਂਦੀ ਹੈ ਫਾਰਮ ਦੀ ਸਤ੍ਹਾ ਤੇ, ਬਹਿਰ ਦੀ ਸਤ੍ਹਾ ਤੇ, ਔਜ਼ਾਨ ਦੀ ਸਤ੍ਹਾ ਤੇ। ਲੇਕਿਨ ਨਜ਼ਮ ਲਿਖਣੀ ਕਨਸੈਪਟ ਔਰ ਮੌਜੂ ਦੀ ਸਤ੍ਹਾ ਤੇ ਜ਼ਿਆਦਾ ਮੁਸ਼ਕਿਲ ਹੈ। ਠੀਕ ਹੈ। ਕਿਉਂਕਿ ਨਜ਼ਮ ਵਾਸਤੇ ਤਸਲਸਲ ਖਿਆਲ ਦੀ ਜ਼ਰੂਰਤ ਹੈ। शायरी जी गज़ल जी गुलदस्ते की तरह एक शेर हो गया, दूसरा हो गया, अज होया कल होया, लेकिन नज़म वास्ते तुहानू पूरा कंसैप्ट क्लीयर होवे, मौजू ते तुहाडी गिरफ्त होवे और तुहाडे अंदर फरावानी जी तखलीकी काबलियत दा फ्लो जिहड़ा कैफियत दा ਉਹ ਜ਼ਿਆਦਾ ਸ਼ਾਹ ਜੀ ਨਜ਼ਮ ਜਿਹੜੀ ਹੈ ਉਹ ਚੂੰਕਿ ਕਿਸੇ ਇੱਕ ਮੌਜੂ ਤੇ ਤੁਸੀਂ ਲਿਖਣੀ ਹੈ, ਇਹਦਾ ਮਤਲਬ ਹੈ ਤੁਸੀਂ ਮੌਜੂ ਨਾਲ ਰਿਲੇਟ ਰੱਖਣਾ ਹੈ ਆਪਣੇ ਆਪ ਨੂੰ, ਤੇ ਗਜ਼ਲ ਦੇ ਵਿੱਚ ਹਰ ਸ਼ੇਰ ਵੱਖਰਾ ਵੱਖਰਾ ਹੋ ਸਕਦਾ ਹੈ ਨਾ। ਦੂਸਰਾ ਕਾਫੀਆ ਔਰ ਰਦੀਫ ਬਹੁਤ ਸਪੋਰਟ ਕਰਦਾ ਜੀ। ਠੀਕ ਹੋ ਗਿਆ। ਯਾਨੀ ਕਾਫੀਆ ਰਦੀਫ ਕਈ ਦਫਾ ਆਪਣੇ ਮਦਦ ਕਰ ਦਿੰਦਾ ਖਿਆਲਾਤ ਨੂੰ ਲਿਆਉਣ ਦੀ ਐਸੋਸੀਏਸ਼ਨ ਦੀ ਵਜ੍ਹਾ। ਸ਼ਾਹ ਜੀ ਸਾਨੂੰ ਕੋਈ ਸੋਹਣੀ ਜੀ ਸ਼ੈ ਹੋਰ ਸੁਣਾਓ ਜਿਹੜੀ ਤੁਹਾਡੇ ਆਪਣੇ ਦਿਲ ਦੇ ਨੇੜੇ ਹੋਵੇ, ਕੋਈ ਸ਼ੈ ਜਿਹੜੀ ਤੁਹਾਨੂੰ ਚੰਗੀ ਲੱਗਦੀ ਪਈ ਹੋਵੇ ਇਸ ਵੇਲੇ। ਅਸੀਂ ਲੱਖ ਨਮਾਜ਼ਾਂ ਨੀਤੀਆਂ, ਅੱਛਾ, ਅਸੀਂ ਸਜਦੇ ਕੀਤੇ ਲੱਖ, ਕਦੀ ਟਿੱਬਿਆਂ ਰੇਤਾਂ ਰੋਲੀਆਂ, ਕਦੀ ਗਲੀਆਂ ਦੇ ਵਿੱਚ ਕੱਖ, ਅਸੀਂ ਪੱਖੂ ਵਿਛੜੇ ਡਾਰ ਤੋਂ, ਅਸੀਂ ਆਪਣੇ ਆਪ ਤੋਂ ਵੱਖ, ਅਸੀਂ ਵੇਖਿਆ ਦਿਲ ਮਖਲੂਕ ਦਾ, ਦਿਲ ਬੂਏ ਬੂਏ ਰੱਖ, ਅਸੀਂ ਡਾਢੇ ਔਖੇ ਸਾਹ ਲਵੀਏ, ਸਾਡੇ ਸੀਨੇ ਦੇ ਵਿੱਚ ਕਿਲ, ਇੱਥੇ ਦਿਲਾਂ ਦੇ ਵਿੱਚ ਜ਼ਖਮ ਹੋਣ, ਸਾਡੇ ਜ਼ਖਮਾਂ ਦੇ ਵਿੱਚ ਦਿਲ, ਵਾਹ। कदी आपे पट्टियां बन लवीए, कदी आपे लवीए छिल। और आखिरी बन सुना रहे हैं कि 10 फरद शाह असी की करिए, साडा कोई ना लावे मुल, असी नाज़ां पल्ले मापियां दे, अज गए मिट्टियां विच रुल, इंज हंजू साडी अखियां चूं जिवें मोघे जावण खुल, इंज हासे साडे होठां ते जिवें कबरां उत्ते फुल। क्या बात है शाह जी, थैंक यू वेरी मच, बहुत शुक्रिया ਤੁਹਾਡੇ ਆਉਣ ਦਾ ਸ਼ਾਹ ਜੀ। ਤੁਹਾਡੀਆਂ ਮਾਸ਼ਾਅੱਲਾ ਗੱਲਾਂ ਇੰਨੀਆਂ ਸੋਹਣੀਆਂ ਨੇ, ਤੁਹਾਡੇ ਕੋਲ ਇੰਨਾ ਕਲਾਮ ਹੈ ਜਿਹੜਾ ਅਸੀਂ ਸੁਣਨੇ ਚਾਹੁੰਦੇ ਹਾਂ, ਪਰ ਕੀ ਕਰੀਏ ਇਸ ਵੇਲੇ ਦਾ ਜਿਹੜਾ ਮੇਰੇ ਤੁਹਾਡੇ ਹੱਥ 'ਚ ਨਹੀਂ ਹੈ, ਵੇਲਾ ਸਾਡੇ ਕੋਲ ਖੁੱਝਦਾ ਪਿਆ ਔਰ ਅਸੀਂ ਇੱਕ ਬ੍ਰੇਕ ਤੇ ਜਾਣਾ ਹੈ। ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਤੁਹਾਡਾ ਵੀ ਬਹੁਤ ਸਾਰਾ ਸ਼ੁਕਰੀਆ। ਤੁਹਾਨੂੰ ਇਨਸ਼ਾਅੱਲਾ ਅਸੀਂ ਫਿਰ ਬੁਲਾਵਾਂਗੇ ਔਰ ਕੁਝ ਹੋਰ ਗੱਲਾਂ ਜਿਹੜੇ ਅਸੀਂ ਆਪਣੇ ਦੰਦਾਂ ਨੂੰ ਸੋਹਣੀਆਂ ਕਰਨ ਲਈ ਮਜ਼ੀਦ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ। ਅੱਛਾ ਸੋਨੀ, ਅਸੀਂ ਜਾਣਾ ਇੱਕ ਬ੍ਰੇਕ ਤੇ, ਲੇਕਿਨ ਕੀ ਖਿਆਲ ਹੈ ਕੋਈ ਗਾਣਾ ਸ਼ਾਣਾ ਸੁਣ ਲਈਏ? ਬਿਲਕੁਲ ਜ਼ਰੂਰ। ਗਾਣਾ ਕਿਹਦਾ ਸੁਣ ਲਈਏ? अच्छा, मैडम का गाना ला लो। मैडम का गाना ਅਸੀਂ ਜ਼ਰੂਰ ਸੁਣਦੇ, ਲੇਕਿਨ ਇਸ ਵੇਲੇ ਅਸੀਂ ਇੱਕ ਸਾਦੀ ਜੀ ਬ੍ਰੇਕ ਤੇ ਜਾਣਾ ਹੈ ਤੇ ਸਾਦੀ ਬ੍ਰੇਕ ਤੋਂ ਬਾਅਦ ਜਨਾਬ ਵਾਪਸ ਆਉਂਦੇ ਆ, ਫਿਰ ਤੁਹਾਡੇ ਨਾਲ ਗੱਪਸ਼ਪ ਲਾਉਂਦੇ ਆ। ਸਾਡਾ ਸਾਥ ਦੇਵੋ ਇਸ ਪ੍ਰੋਗਰਾਮ 'ਚ ਜਿਹਦਾ ਨਾਮ ਹੈ ਅੱਜ ਦਾ ਮਹਿਮਾਨ, ਔਰ ਅਸੀਂ ਤੁਸੀਂ ਇਸ ਵੇਲੇ ਮੌਜੂਦ ਹਾਂ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੇ। आओ सर।
ਜੀ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਜਨਾਬ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹਦੇ ਵਿੱਚ ਤੁਸੀਂ ਔਰ ਅਸੀਂ ਸ਼ਾਮਿਲ ਹੁੰਦੇ ਹਾਂ ਔਰ ਉਹਦੇ ਵਿੱਚ ਅਸੀਂ ਗੱਲ ਕਰਨੇ ਆਪਣੇ ਪ੍ਰਾਹੁਣਿਆਂ ਦੇ ਨਾਲ ਇਹਨਾਂ ਪ੍ਰਾਹੁਣਿਆਂ 'ਚ ਇਸ ਜ਼ਿੰਦਗੀ ਦੇ ਨਾਲ ਰਿਲੇਟਡ ਬਹੁਤ ਸਾਰੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਲੇਕਿਨ ਇਸ ਸੈਗਮੈਂਟ ਦਾ ਮੈਨੂੰ ਵੀ ਇੰਤਜ਼ਾਰ ਰਹਿੰਦਾ ਹੈ ਇਸ ਵਾਸਤੇ ਇੰਤਜ਼ਾਰ ਰਹਿੰਦਾ ਹੈ ਕਿ ਤਸੱਵੁਫ ਇੱਕ ਐਸੀ ਗੱਲ ਹੈ ਜਿਹਦੇ 'ਚ ਅਸੀਂ ਸੂਫੀਆ ਦੀ ਗੱਲ ਕਰਨੇ ਆ ਆਪਣੇ ਬਾਬਿਆਂ ਦੀ ਗੱਲ ਕਰਨੇ ਆ ਆਪਣੇ ਵੱਡਿਆਂ ਦੀ ਗੱਲ ਕਰਨੇ ਆ ਔਰ ਅਸੀਂ ਕੁਝ ਸਿੱਖਣ ਦੀ ਕੋਸ਼ਿਸ਼ ਕਰਨੇ ਆ ਤਾਂ ਕਿ ਆਪਣੀ ਇਸ ਹਯਾਤੀ 'ਚ ਵੀ ਅਸੀਂ ਜ਼ਰਾ ਚੰਗੀ ਜ਼ਿੰਦਗੀ ਗੁਜ਼ਾਰ ਲਈਏ ਔਰ ਉਸ ਹਯਾਤੀ 'ਚ ਵੀ ਅਸੀਂ ਜ਼ਰਾ ਸੌਖੇ ਹੋ ਜਾਈਏ ਜਿੱਥੇ ਅਸੀਂ ਮੁਸ਼ਕਿਲ ਰਹਿਣਾ ਹੈ ਜੀ ਸੋਨੀਆ ਤੇ ਨਾਜ਼ਰੀਨ ਸਾਡੇ ਇਸ ਸੂਫੀ ਸੈਗਮੈਂਟ ਦੇ ਵਿੱਚ ਸਾਡੇ ਨਾਲ ਅੱਜ ਫਿਰ ਉਹੀ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਦਾ ਮੈਂ ਪਹਿਲੇ ਵੀ ਤਾਰਫ ਤੁਹਾਡੇ ਨਾਲ ਕਰਵਾ ਚੁੱਕੀ ਹਾਂ ਤੇ ਉਹ ਸਾਡੀ ਤੇ ਤੁਹਾਡੀ ਸਭ ਦੀ ਮਨਪਸੰਦ ਸ਼ਖਸੀਅਤ ਨੇ ਨਾਜ਼ਰੀਨ ਇਹ ਕਾਲਮ ਨਿਗਾਰ ਵੀ ਨੇ ਇਹ ਬ੍ਰੌਡਕਾਸਟਰ ਵੀ ਨੇ ਕੰਪੇਅਰ ਵੀ ਨੇ ਤੇ ਇਹਦੇ ਨਾਲ ਇਹ ਮਹਿਕਮਾ ਪਿਲਾਕ ਵਿੱਚ ਡਾਇਰੈਕਟਰ ਜਨਰਲ ਵੀ ਨੇ ਇਹ ਤੁਸੀਂ ਸਮਝ ਤੇ ਗਏ ਹੋਵੋਗੇ ਕਿ ਮੈਂ ਕਿਹਦੀ ਗੱਲ ਕਰ ਰਹੀ ਹਾਂ ਜਦੋਂ ਵੀ ਮੇਰੇ ਕੋਲ ਸਟੇਜ ਤੇ ਆ ਕੇ ਬਹਿੰਦੇ ਨੇ ਮੈਨੂੰ ਇਹ ਇੰਝ ਲੱਗਦਾ ਹੈ ਕਿ ਇਲਮ ਦਾ ਦਰਿਆ ਜਿਹੜਾ ਹੈ ਉਹ ਮੇਰੇ ਕੋਲ ਆ ਕੇ ਬਹਿ ਗਿਆ ਤੇ ਮੈਂ ਜਿੰਨਾ ਚਾਹਾਂ ਇਹਨਾਂ ਕੋਲੋਂ ਇਲਮ ਸਮੇਟ ਸਕਨੀ ਹਾਂ नाज़रीन ਇਹ ਹੋਰ ਕੋਈ नहीं ਇਹ ਸਾਡੀ वन एंड ओनली मोहतरम डॉक्टर सुगरा सदफ साहिबा अस्सलाम वालेकुम डॉक्टर जी बहुत शुक्रिया वालेकुम सलाम मैडम एक बार फिर ਤੁਹਾਨੂੰ ਮੇਰੇ ਵੱਲੋਂ ਵੀ अस्सलाम वालेकुम वालेकुम सलाम ਬਹੁਤ ਸਾਰਾ ਸ਼ੁਕਰੀਆ ਤੁਹਾਡੇ ਆਉਣ ਦਾ ਬਹੁਤ ਸ਼ੁਕਰੀਆ ਜਿਸ ਤਰ੍ਹਾਂ ਸੋਨੀਆ ਨੇ ਕਿਹਾ ਸਾਨੂੰ ਵਾਕਈ ਚੰਗਾ ਲੱਗਦਾ ਹੈ ਕਿਉਂਕਿ ਤਾਲੀਮ ਹਯਾਤ ਇਨਸਾਨੀ ਦਾ ਤਜਰਬਾ ਜਿੱਥੇ ਸਾਡਾ ਔਰ ਸਾਡੇ ਆਉਣ ਵਾਲੀ ਨਸਲਾਂ ਦਾ ਨਿਸਾਰ ਔਰ ਖਾਸ ਤੌਰ ਤੇ ਸਾਡੇ ਸੂਫੀਆ ਵੱਲੋਂ ਜਿਹੜੀ ਤਾਲੀਮ ਸਾਡੇ ਤੱਕ ਪਹੁੰਚੀ ਹੈ ਇਹ ਉਹ ਤਾਲੀਮ ਜਿਹਦੇ ਚ ਅਸੀਂ ਇਸ ਹਯਾਤੀ ਨੂੰ ਵੀ ਚੰਗਿਆ ਕਰ ਸਕਨੇ ਆ ਤੇ ਅੱਗੇ ਜਾ ਕੇ ਵੀ ਯਕੀਨਨ ਸਾਡੇ ਕੰਮ ਆਏਗੀ ਹੁਣੇ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ ਜਿਹਦੇ ਤੁਸੀਂ ਪੰਜਾਬੀ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਤੇ ਮੈਂ ਵੀ ਆਪਣੇ ਸਫ਼ਰ ਦਾ ਆਗਾਜ਼ ਪੀਟੀਵੀ ਤੋਂ ਕੀਤਾ ਕੋਈ ਅੱਜ ਤੋਂ 20 ਸਾਲ ਪਹਿਲਾਂ ਠੀਕ ਹੈ ਔਰ ਪੰਜਾਬੀ ਪ੍ਰੋਗਰਾਮ ਤੋਂ ਹੀ ਕੀਤਾ ਕਿ ਪੰਜਾਬੀ ਦੀ ਪ੍ਰਮੋਸ਼ਨ 'ਚ ਪੀਟੀਵੀ ਨੇ ਬੜਾ ਕਿਰਦਾਰ ਅਦਾ ਕੀਤਾ ਹੈ ਔਰ ਜਿਸ ਤਰ੍ਹਾਂ ਮੁਸ਼ਾਇਰੇ ਜਿਸ ਤਰ੍ਹਾਂ ਬਾਕੀ ਪ੍ਰੋਗਰਾਮ ਮੁਜ਼ਾਕਰੇ ਔਰ ਮੇਰੇ ਹਾਲੇ ਕਿ ਕਿਸੇ ਹੋਰ ਚੈਨਲ ਤੇ ਹੋ ਹੀ ਨਹੀਂ ਸਕਦਾ ਠੀਕ ਹੈ ਤੇ ਅਸੀਂ ਦੁਆ ਕਰਨੇ ਆ ਕਿ ਅੱਲਾ ਕਰੇ ਕਿ ਪੀਟੀਵੀ ਐਸੇ ਤਰ੍ਹਾਂ ਹੀ ਆਪਣੀ ਮਾਂ ਬੋਲੀ ਲਈ ਕੰਮ ਕਰਦਾ ਰਹੇ ਇਨਸ਼ਾਅੱਲਾ ਮੈਡਮ ਇਸ ਤਰ੍ਹਾਂ ਹੀ ਹੋਏਗਾ ਔਰ ਅੱਜ ਅਸੀਂ ਗੱਲ ਕਰਨਾ ਚਾਹ ਰਹੇ ਹਾਂ ਹਜ਼ਰਤ ਦਾਤਾ ਗੰਜ ਬਖਸ਼ ਜੀ ਹਵਾਲੇ ਨਾਲ ਇਹ ਕੁਝ ਦਿਨ ਪਹਿਲੇ ਉਹਨਾਂ ਦਾ ਉਰਸ ਸੀ ਲਾਹੌਰ ਵਿੱਚ ਅਸੀਂ ਚੂੰਕਿ ਲਾਹੌਰ 'ਚ ਬੈਠੇ ਹਾਂ ਤੇ ਅਸੀਂ ਤੁਸੀਂ ਉਹਨਾਂ ਦੇ ਉਰਸ 'ਚ ਸ਼ਾਮਿਲ ਵੀ ਹੋਏ ਅਸੀਂ ਵੇਖਿਆ ਵੀ ਮੈਂ ਮੈਡਮ ਦਾਤਾ ਗੰਜ ਬਖਸ਼ ਦੇ ਹਵਾਲੇ ਦੇ ਨਾਲ ਕਿਉਂਕਿ ਧਰਤੀ ਜਿਹੜੀ ਹੈ ਇਹ ਨਗਰੀ ਜਿਹੜੀ ਹੈ ਇਹ ਦਾਤਾ ਦੀ ਧਰਤੀ ਹੈ ਦਾਤਾ ਦੀ ਨਗਰੀ ਹੈ ਮੈਂ ਚਾਹਾਂਗਾ ਕਿ ਦਾਤਾ ਗੰਜ ਬਖਸ਼ ਤੇ ਅਸੀਂ ਕਹਿੰਦੇ ਹਾਂ ਨਾ ਜੀ ਇਨ ਜਨਰਲ ਤੁਸੀਂ ਇਹਨਾਂ ਦੇ ਹਵਾਲੇ ਨਾਲ ਸਾਨੂੰ ਦੱਸੋ ਕਿ ਇਹਨਾਂ ਦਾ ਅਸਲੀ ਨਾਂ ਔਰ ਖਾਸ ਤੌਰ ਤੇ ਇਹ ਲਾਹੌਰ ਕਿਸ ਤਰ੍ਹਾਂ ਆ ਗਏ ਦਾਤਾ ਗੰਜ ਬਖਸ਼ ਇਹਨਾਂ ਦੇ ਹਵਾਲੇ ਨਾਲ ਦੱਸੋ ਇਹਨਾਂ ਦਾ ਨਾਂ ਤੇ ਦਾਤਾ ਗੰਜ ਬਖਸ਼ ਨਹੀਂ ਸੀ ਇਹ ਤੇ ਲਕਬ ਹੈ ਗੰਜ ਬਖਸ਼ ਉਹਨਾਂ ਦਾ ਨਾਂ ਅਲੀ ਬਿਨ ਉਸਮਾਨ ਔਰ ਇਹਨਾਂ ਦੇ ਵਾਲਿਦ ਦਾ ਨਾਂ ਉਸਮਾਨ ਬਿਨ ਅਲੀ अच्छा दादा साहब ने कभी भी जिंदगी च अपने लिए सैयद का लफ्ज़ इस्तेमाल लिखिया नहीं ठीक है कशफुल मजूब च भी अपने आप नू अली बिन उस्मान आखते हैं और ये सूफियां दी हमेशा तो एक सिफत रही है कि वो अपने आप नू हर तरह की किसी भी हवाले नाल बाला तरी तो दूर रखते हैं यानी कि वो ज़ात पात के हवाले नाल होवे अमीरी गरीबी के हवाले नाल होवे उहदे तो दूर रहते हैं तो गज़नी अफगानिस्तान का एक बड़ा मशहूर शहर है ਉਹਦੇ ਵਿੱਚ हज़रत अली अजवेरी पैदा होए ਹੁਣ ਇਹਨਾਂ ਦੇ ਨਾਂ ਦੇ ਨਾਲ ਤੁਸੀਂ ਅਕਸਰ ਸੁਣਦੇ ਹੋ ਕਿ हज़रत अली अजवेरी जलाबी उस्मानी अच्छा ਹੁਣ ਅਜਵੇਰ ਔਰ ਜਲਾਬ ਦੋ ਮਹੱਲੇ ਸਨ ਠੀਕ ਹੈ ਅਜਵੇਰ 'ਚ ਉਹਨਾਂ ਦੀ ਵਾਲਦਾ ਰਹਿੰਦੇ ਸਨ ਔਰ ਦੂਸਰੇ 'ਚ ਉਹਨਾਂ ਦੀ ਵਾਲਦ ਉਹਨਾਂ ਨੇ ਦੋਵੇਂ ਮਹੱਲਿਆਂ ਨੂੰ ਆਪਣੇ ਨਾਂ ਦਾ ਹਿੱਸਾ ਬਣਾਇਆ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਆਪਣੀ ਵਾਲਦਾ ਦੇ ਮਹੱਲੇ ਨੂੰ ਵੀ ਔਰ ਆਪਣੇ ਵਾਲਦ ਦੇ ਮਹੱਲੇ ਨੂੰ ਵੀ ਆਪਣੇ ਨਾਂ ਦਾ ਹਿੱਸਾ ਬਣਾਇਆ ਔਰ ਫਿਰ ਮੁੱਢਲੀ ਤਾਲੀਮ ਉਹਨਾਂ ਨੇ ਗਜ਼ਨੀ ਤੋਂ ਹਾਸਿਲ ਕੀਤੀ ਔਰ ਉਸ ਤੋਂ ਬਾਅਦ ਉਹ ਸ਼ਾਇਦ जितने भी इस्लामी मुल्क ने बगदाद ईरान इराक कितने मतलब है तुर्की उत्थे हो गए और उत्थे दे वड्डे आलमा कोलों तालीम हासिल की और ये बड़ा औखा सफ़र सी उस दौर च तुसीं देखोगे जदों ये जहाज़ नहीं सी ट्रेनां नहीं सी 10 सदियां पहलां दी सी गल कर रहे हैं ना 1010 हिजरी विचों पैदा होए ने ते अज तो तुसीं देखो 1000 साल पहलां दी सी गल कर रहे हैं तो उस वेले उन्होंने पूरी इस्लामी दुनिया की सैर की और वो सैर इलम दी तिशनगी ਲਈ ਸੀ ਇਲਮ ਹਾਸਲ ਕਰਨੇ ਲਈ ਸੀ ਔਰ ਉਹ ਫਿਰ ਜਦੋਂ ਇਲਮ ਹਾਸਲ ਕਰਕੇ ਵਾਪਸ ਆਏ ਤੁਸੀਂ ਕਹਿਣਗੇ ਲਾਹੌਰ ਕਿਸ ਤਰ੍ਹਾਂ ਆਏ ਤੇ ਜਦੋਂ ਉਹ ਵਾਪਸ ਮੁੜ ਕੇ ਆਏ ਅਫਗਾਨਿਸਤਾਨ ਗਜ਼ਨੀ ਤੇ ਉਹਨਾਂ ਦੇ ਮੁਰਸ਼ਿਦ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਲਾਹੌਰ ਚਲੇ ਜਾਓ ਤੇ ਤੁਸੀਂ ਇੱਥੇ ਤੁਸੀਂ ਦੇਖੋ ਕਿ ਲਾਹੌਰ ਕਿੱਡਾ ਖੁਸ਼ਕਿਸਮਤ ਸ਼ਹਿਰ ਹੈ ਕਿ ਇੱਕ ਐਡੇ ਵੱਡੇ ਆਲਮ ਫਾਜ਼ਲ ਔਰ ਰੱਬ ਦੇ ਨੇੜੇ ਆਉਣ ਵਾਲੇ ਬੰਦੇ ਨੂੰ ਹੁਕਮ ਮਿਲਿਆ ਕਿ ਤੁਸੀਂ ਲਾਹੌਰ ਜਾਓ ਤੇ ਦਾਤਾ ਸਾਹਿਬ ਨੇ ਕਿਹਾ ਕਿ ਮੈਂ ਲਾਹੌਰ ਕਿਉਂ ਜਾ ਉੱਥੇ ਤੇ ਸਾਡੇ ਪੀਰ ਭਰਾ ਮੌਜੂਦ ਨੇ ਔਰ ਮੇਰਾ ਉੱਥੇ ਜਾਣਾ ਨਹੀਂ ਬਣਦਾ ਉਹਨਾਂ ਨੇ ਕਿਹਾ ਨਹੀਂ ਜੋ ਅਸੀਂ ਕਿਹਾ ਤੁਸੀਂ ਜਾਓ अच्छा जदों दादा साहब लाहौर आए ज़ाहिर है कि बड़ी मुश्किल सफ़र पेशावर पहले आए फिर लाहौर आए अपने दो साथियों नाल
ਤੇ ਉਹਨਾਂ ਦੇ ਪੀਰ ਭਰਾ ਦਾ ਜਨਾਜ਼ਾ ਜਾ ਰਿਹਾ ਸੀ ਤੇ ਉਹਨਾਂ ਨੂੰ ਫਿਰ ਪਤਾ ਚੱਲਿਆ ਕਿ ਮੁਰਸ਼ਿਦ ਨੂੰ ਕੀ ਪਤਾ ਹੁੰਦਾ ਹੈ ਔਰ ਸਾਨੂੰ ਨਹੀਂ ਪਤਾ ਹੁੰਦਾ। ਯਾਨੀ ਮੇਰੀ ਡਿਊਟੀ ਲਾਈ ਜਿਸ ਤਰ੍ਹਾਂ ਦੁਨੀਆ 'ਚ ਅਸੀਂ ਤੱਕਦੇ ਹਾਂ ਜ਼ਿਲ੍ਹਿਆਂ ਵਿੱਚ ਤੁਸੀਂ ਕਹਿੰਦੇ ਨਾ ਡਿਪਟੀ ਕਮਿਸ਼ਨਰ ਕੰਮ ਕਰ ਰਿਹਾ, ਕਮਿਸ਼ਨਰ, ਐਸੇ ਤਰ੍ਹਾਂ ਹੀ ਤਸੱਵੁਫ ਦੇ ਹਵਾਲੇ ਨਾਲ ਵੀ ਡਿਊਟੀਆਂ ਲੱਗੀਆਂ ਹੁੰਦੀਆਂ ਨੇ। ਅੱਜ ਦੇ ਦੌਰ 'ਚ ਵੀ ਸਾਡੇ ਦਰਮਿਆਨ ਇਹ ਲੋਕ ਮੌਜੂਦ ਨੇ ਲੇਕਿਨ ਉਹ ਜ਼ਾਹਿਰ ਹੈ ਉਸ ਤਰ੍ਹਾਂ ਸਾਨੂੰ ਨਜ਼ਰ ਨਹੀਂ ਆਉਂਦੇ। ਤੇ ਦਾਤਾ ਸਾਹਿਬ ਦੀ ਵੀ ਰੱਬ ਵੱਲੋਂ ਡਿਊਟੀ ਲੱਗੀ ਔਰ ਰੱਬ ਵੱਲੋਂ ਹੀ ਹੁਕਮ ਹੁੰਦਾ ਮੁਰਸ਼ਿਦ ਨੂੰ ਤੇ ਮੁਰਸ਼ਿਦ ਫਿਰ ਅੱਗੇ ਗੱਲ ਪਹੁੰਚਾਉਂਦਾ ਹੈ। ਫਿਰ ਉਹ ਲਾਹੌਰ ਆਏ ਔਰ ਲਾਹੌਰ ਅੱਜ ਤੋਂ 1000 ਸਾਲ ਪਹਿਲਾਂ ਇਹਦੀ ਕੋਈ ਇਹੋ ਜਿਹੀ ਹਾਲਤ ਨਹੀਂ ਸੀ, ਇਖਲਾਕੀ ਹਵਾਲੇ ਨਾਲ ਬੜੀ ਤਨਜ਼ਲੀ ਦਾ ਸ਼ਿਕਾਰ ਸੀ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਮਜ਼ਹਬ ਸਭ ਤੋਂ ਵੱਡਾ ਤੁਹਾਡੀ ਖਿਦਮਤ ਇਹ ਕਰਦਾ ਹੈ, ਤੁਹਾਡੀ ਜਿਹੜੀ ਮਦਦ ਕਰਦਾ ਹੈ ਕਿ ਤੁਹਾਨੂੰ ਇੱਕ ਇਖਲਾਕੀ ਹੁਕਮ ਦਿੰਦਾ ਹੈ ਕਿ ਤੁਹਾਨੂੰ ਡਰਾਉਂਦਾ ਹੈ ਬੁਰਾਈ ਤੋਂ। ਔਰ ਉਸ ਵੇਲੇ ਦੇ ਲਾਹੌਰ ਨੂੰ ਦਾਤਾ ਸਾਹਿਬ ਦੀ ਜ਼ਰੂਰਤ ਸੀ ਔਰ ਉਹਨਾਂ ਨੇ ਫਿਰ ਇੱਥੇ ਡੇਰਾ ਲਾਇਆ ਜਿੱਥੇ ਉਹਨਾਂ ਦਾ ਦਰਬਾਰ ਹੈ ਔਰ ਲੋਕ ਉਹਨਾਂ ਨਾਲ ਆਉਂਦੇ ਰਹੇ ਔਰ ਇਹ ਫਿਰ ਦਾਤਾ ਦੀ ਨਗਰੀ ਬਣਦੀ ਗਈ। ਤੇ ਮੇਰਾ ਖਿਆਲ ਹੈ ਕਿ ਅੱਜ 10 ਸਦੀਆਂ ਬਾਅਦ ਵੀ ਉਹਨਾਂ ਦਾ ਫੈਜ਼ ਜਾਰੀ ਹੈ। ਮੈਡਮ ਉਹਨਾਂ ਦਾ ਫੈਜ਼ ਜਾਰੀ ਹੈ ਔਰ ਇਹ ਜਾਰੀ ਰਹੇਗਾ ਆਉਣ ਵਾਲੇ ਕਈ ਜ਼ਮਾਨਿਆਂ ਤੱਕ। ਇਹ ਦੱਸੋ ਕਿ ਉਸ ਵੇਲੇ ਦੇ ਹਾਲਾਤ ਤੇ ਖਰਾਬ ਸਨ ਲੇਕਿਨ ਜਦੋਂ ਦਾਤਾ ਸਾਹਿਬ ਬਜ਼ਾਹਿਰ ਹਯਾਤ ਸਨ ਉਸ ਵੇਲੇ ਕਿਸ ਤਰ੍ਹਾਂ ਦਾ ਫੈਜ਼ ਸੀ ਜਿਹੜਾ ਉਹ ਲੋਕਾਂ ਤੱਕ ਵੰਡ ਰਹੇ ਸਨ, ਕਿਸ ਤਰ੍ਹਾਂ ਦਾ ਲੁਕਾਈ ਨੂੰ ਕਿਸ ਤਰ੍ਹਾਂ ਦਾ ਫਾਇਦਾ ਦੇ ਰਹੇ ਸਨ ਜਾਂ ਕਿਸ ਕਿਸਮ ਦੇ ਲੋਕ ਸਨ ਜਿਹੜੇ ਦਾਤਾ ਸਾਹਿਬ ਕੋਲ ਫੈਜ਼ ਹਾਸਲ ਕਰਨ ਲਈ ਉਹਨਾਂ ਦੀ ਜ਼ਾਹਿਰੀ ਹਯਾਤੀ ਚਾਹੁੰਦੇ ਸਨ? ਅੱਛਾ, ਦਾਤਾ ਸਾਹਿਬ ਦਾ ਫੈਜ਼ ਦੋ ਤਰ੍ਹਾਂ ਦਾ ਨਾ, ਇੱਕ ਤੇ ਰੂਹਾਨੀ ਤੁਸੀਂ ਕਹੋ ਕਸ਼ਫਲ ਮਜੂਬ ਦਾ ਵੀ ਉਹਦੇ 'ਚ ਅਸੀਂ ਜ਼ਿਕਰ ਕਰ ਸਕਦੇ ਹਾਂ ਕਿ ਇੱਕ ਐਸੀ ਕਿਤਾਬ ਉਹਨਾਂ ਨੇ ਲਿਖੀ ਕਿ ਫਾਰਸੀ 'ਚ ਪਹਿਲੀ ਕਿਤਾਬ ਹੈ ਤਸੱਵੁਫ ਦੇ ਹਵਾਲੇ ਨਾਲ ਕਿ ਜਿਹੜੀ ਇਲਮ ਦੀ ਕੁੰਜੀ ਹੈ ਕਿ ਤੁਸੀਂ ਦੇਖੋ ਕਿ ਇਹਦੇ ਵਿੱਚ ਕੁਰਾਨੀ ਆਇਤਾਂ ਦੇ ਹਵਾਲੇ ਨਾਲ ਹਦੀਸਾਂ ਦੇ ਹਵਾਲੇ ਨੇ, ਇਸ ਤੋਂ ਇਹਦੇ ਨਾਲ ਤਫਸੀਰ ਤਸੱਵੁਫ ਹਰ ਚੀਜ਼ ਦਾ ਖਜ਼ਾਨਾ ਇਹਦੇ 'ਚ ਮੌਜੂਦ ਹੈ। ਔਰ ਇਹਦੇ ਬਾਰੇ 'ਚ ਨਿਜ਼ਾਮੁਦੀਨ ਔਲੀਆ ਨੇ ਕਿਹਾ ਕਿ ਅਗਰ ਤੁਹਾਡਾ ਕੋਈ ਮੁਰਸ਼ਿਦ ਨਹੀਂ ਨਾ ਤੇ ਤੁਸੀਂ ਕਸ਼ਫੁਲ ਮਜੂਬ ਨੂੰ ਪੜ੍ਹ ਲਓ, ਤੁਹਾਨੂੰ ਮੁਰਸ਼ਿਦ ਮਿਲ ਜਾਏਗਾ। ਦਾਰਾ ਸ਼ਿਕੋ ਨੇ ਕਿਹਾ ਕਿ ਤਸੱਵੁਫ ਦੀਆਂ ਕਿਤਾਬਾਂ ਵਿੱਚ ਕਸ਼ਫੁਲ ਮਜੂਬ ਨੂੰ ਮੁਰਸ਼ਿਦ ਕਾਮਿਲ ਦਾ ਦਰਜਾ ਹਾਸਲ ਹੈ। ਯਾਨੀ ਇਤਨੀ ਵੱਡੀ ਉਹਨਾਂ ਨੇ ਇੱਕ ਕਿਤਾਬ ਲਿਖੀ ਜਿਹਦੇ ਵਿੱਚ 9 ਕਸ਼ਫ ਨੇ, ਜਿਹਦੇ ਵਿੱਚ ਹਰ ਸਵਾਲ ਜਿਹੜਾ ਤੁਹਾਡੇ ਮੇਰੇ ਕਿਸੇ ਵੀ ਜ਼ਿਹਨ ਦੇ ਵਿੱਚ ਆ ਸਕਦਾ ਨਾ ਉਹਦਾ ਜਵਾਬ ਉਹਦੇ ਵਿੱਚ ਲਿਖਿਆ ਹੈ। ਔਰ ਆਪਣੀ ਅਖਲਾਕੀ ਤਰਬੀਅਤ ਕਰ ਸਕਦਾ ਹੈ, ਆਪਣੇ ਰੱਬ ਦੇ ਨੇੜੇ ਹੋ ਸਕਦਾ ਹੈ, ਆਪਣੇ ਮਜ਼ਹਬ ਨੂੰ ਜਾਣ ਸਕਦਾ ਹੈ, ਕਾਇਨਾਤ ਨੂੰ ਜਾਣ ਸਕਦਾ ਹੈ। ਇੱਕ ਤੇ ਉਹਨਾਂ ਦੀ ਵੱਡੀ ਖਿਦਮਤ ਹੋ ਗਈ, ਦੂਸਰੀ ਜਿਹੜਾ ਉਹਨਾਂ ਨੂੰ ਗੰਜ ਬਖਸ਼ ਦਾ ਲਕਬ ਮਿਲਿਆ, ਇਹ ਵੀ ਬੜੀ ਇੱਕ ਗਿਰਾ ਖੋਲਣ ਵਾਲੀ ਹੈ ਗੰਜ ਬਖਸ਼ ਦੇ ਹਵਾਲੇ ਨਾਲ। ਬਹੁਤ ਸਾਰੇ ਲੋਕ ਇਤਰਾਜ਼ ਵੀ ਕਰਦੇ ਨੇ ਕਿ ਦਾਤਾ ਗੰਜ ਬਖਸ਼, ਤੇ ਇਹ ਮੈਂ ਤੁਹਾਨੂੰ ਅੱਜ ਜ਼ਰੂਰੀ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ ਗੰਜ ਬਖਸ਼ ਤਾਂ ਉਹਨਾਂ ਨੂੰ ਐਸੇ ਲਈ ਮਿਲਿਆ ਕਿ ਸੂਫੀ ਜਿੱਥੇ ਵੀ ਹੁੰਦਾ ਨਾ ਉਹ ਪਹਿਲਾਂ ਕਿਸੇ ਬੰਦੇ ਦੀ ਜ਼ਾਹਿਰੀ ਹਾਜਾਤ ਦੇ ਹਵਾਲੇ ਨਾਲ ਤਵੱਜੋ ਕਰਦਾ ਹੈ। ਯਾਨੀ ਤੁਹਾਡੀ ਬੁਨਿਆਦੀ ਜ਼ਰੂਰਤ ਹੈ ਭੁੱਖ, ਤੁਹਾਡੇ ਢਿੱਡ ਦੀ ਭੁੱਖ, ਤੁਹਾਡੀ ਪਿਆਸ, ਉਸ ਤੋਂ ਬਾਅਦ ਤੁਹਾਡੇ ਪੇਟ 'ਚ ਰੋਟੀ ਨਹੀਂ ਹੋਵੇਗੀ ਤਾਂ ਤੁਸੀਂ ਰੱਬ ਵੱਲ ਕਿਸ ਤਰ੍ਹਾਂ ਜਾਓਗੇ? ਤੁਸੀਂ ਚੋਰੀ ਤੋਂ ਕਿਸ ਤਰ੍ਹਾਂ ਬਚੋਗੇ? ਤੁਸੀਂ ਝੂਠ ਤੋਂ ਕਿਸ ਤਰ੍ਹਾਂ ਬਚੋਗੇ? ਤੁਹਾਡੇ ਬੱਚੇ ਭੁੱਖੇ ਹੋਣਗੇ ਤਾਂ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਉਹਨਾਂ ਸਾਰੀਆਂ ਚੀਜ਼ਾਂ ਦੂਰ ਰੱਖੋਗੇ? ਤੇ ਸੂਫੀ ਜਿਹੜਾ ਉਹ ਸਭ ਤੋਂ ਪਹਿਲਾਂ ਉਹਦੇ ਦਰਬਾਰ ਤੇ ਇੱਕ ਲੰਗਰ ਹੁੰਦਾ ਹੈ, ਉਸ ਲੰਗਰ 'ਚ ਦਾਲ ਪੱਕੇ ਕੁਝ ਵੀ ਪੱਕੇ, ਉਹ ਅਮੀਰ ਗਰੀਬ ਹਰ ਤਰ੍ਹਾਂ ਦੇ ਬੰਦੇ ਲਈ ਹੁੰਦੀ ਹੈ। ਅੱਛਾ, ਇਹ ਦਰਬਾਰ ਇਹਨਾਂ ਦੇ ਜਦੋਂ ਇਹਨਾਂ ਨੇ ਆਏ ਨੇ ਮਸਜਿਦ ਇੱਥੇ ਬਣਾਈ ਔਰ ਤਾਮੀਰ ਕਰਨ ਤੋਂ ਬਾਅਦ ਫਿਰ ਲੋਕ ਸਰਾਣੇ ਸ਼ੁਰੂ ਹੋ ਗਏ, ਲੋਕਾਂ ਨੂੰ ਫੈਜ਼ ਲੱਭਣਾ ਸ਼ੁਰੂ ਹੋ ਗਿਆ। ਉਹ ਫੈਜ਼ ਦੋ ਤਰ੍ਹਾਂ ਦਾ ਸੀ, ਰੂਹਾਨੀ ਵੀ ਔਰ ਜਿਹੜਾ ਕਿ ਜ਼ਾਹਿਰੀ ਤੌਰ ਤੇ ਵੀ। ਇਹਨਾਂ ਦੇ ਨਾਂ ਦੇ ਨਾਲ ਲੋਕਾਂ ਨੇ ਗੰਜ ਬਖਸ਼ ਲਿਖਣਾ ਸ਼ੁਰੂ ਕਰਤਾ ਕਿ ਇਹ ਖਜ਼ਾਨੇ ਵੰਡਣ ਵਾਲਾ ਬੰਦਾ ਹੈ। ਉਹ ਬਖਸ਼ਣਹਾਰ ਜਿਹੜਾ ਹੈ ਉਹ ਸਿਰਫ ਉਹ ਰੱਬ ਦੇ ਨਾਲ ਅਸੀਂ ਇਹ ਜੋੜਨੇ ਆ ਕਿ ਰੱਬ ਕੋਈ ਚੀਜ਼ ਬਖਸ਼ਦਾ ਹੈ। ਲੇਕਿਨ ਇਨਸਾਨ ਵੀ ਤੇ ਉਸੇ ਕੰਟੀਨਿਊਟੀ ਚਾਹੁੰਦਾ, ਜਦੋਂ ਵਾਹਦਤੁਲ ਵਜੂਦ ਦੀ ਗੱਲ ਅਸੀਂ ਕਰਨੇ ਆ ਔਰ ਰੱਬ ਵੀ ਕਹਿੰਦਾ ਹੈ ਕਿ ਤੂੰ ਮੇਰੇ ਫਲਾਂ ਬੰਦੇ ਦੀ ਮਦਦ ਨਹੀਂ ਕੀਤੀ, ਤੂੰ ਮੇਰੇ ਫਲਾਂ ਬੰਦੇ ਬਿਮਾਰ ਸੀ ਉਹਦਾ ਹਾਲ ਨਹੀਂ ਪੁੱਛਿਆ, ਤੂੰ ਮੇਰਾ ਹਾਲ ਨਹੀਂ ਪੁੱਛਿਆ। ਇਸ ਲਈ ਕਿ ਰੱਬ ਸਾਡੇ ਅੰਦਰ ਮੌਜੂਦ ਹੈ। ਹੁਣ ਇਹ ਰੱਬ ਹੀ ਸਾਰੇ ਵਸੀਲੇ ਬਣਾਉਂਦਾ ਹੈ। ਦਾਤਾ ਸਾਹਿਬ ਜੋ ਕੁਝ ਕਰ ਰਹੇ ਸੀ ਉਹ ਰੱਬ ਦੇ ਹੁਕਮ ਨਾਲ ਹੀ ਕਰ ਰਹੇ ਸੀ। ਅੱਛਾ, ਉਹ ਜਿਹੜਾ ਗੰਜ ਵੰਡਣਾ ਜਿਹੜਾ ਹੈ ਉੱਥੋਂ ਲੋਕਾਂ ਨੇ ਉਹਨਾਂ ਦੇ ਨਾਲ ਗੰਜ ਬਖਸ਼ ਦਾ ਇੱਕ ਲਕਬ ਲਾ ਦਿੱਤਾ। ਇਸ ਤੋਂ ਬਾਅਦ ਹਜ਼ਰਤ ਮੁਈਨੁੱਦੀਨ ਚਿਸ਼ਤੀ ਦੇ ਸ਼ੇਰ ਜਿਹੜਾ ਬੜਾ ਮਸ਼ਹੂਰ ਹੈ, ਗੰਜ ਬਖਸ਼ ਫੈਜ਼ ਆਲਮ ਮਜ਼ਹਰ ਨੂਰੇ ਖੁਦਾ ਨਾਕਿਸਾਰਾ ਪੀਰ ਕਾਮਿਲ ਕਾਮਿਲਾਰਾ ਰਹਿਨੁਮਾ। ਉਹਨੇ ਦੇਖੋ ਇਹਦੇ 'ਚ ਕਿੱਡੀ ਵੱਡੀ ਗੱਲ ਹੈ ਕਿ ਪੂਰੀ ਦੁਨੀਆ ਫੈਜ਼ ਵਿੱਚ ਪੂਰਾ ਆਲਮ ਹੈ, ਉਹਦੇ 'ਚ ਲਾਹੌਰ ਸ਼ਹਿਰ ਨਹੀਂ ਪੂਰੀ ਦੁਨੀਆ ਹੈ, ਪੂਰਾ ਆਲਮ ਹੈ। ਔਰ ਜਿਹੜਾ ਪੀਰ ਹੈ ਉਹਦੇ ਲਈ ਵੀ ਰਹਿਨੁਮਾਈ ਹੈ ਔਰ ਆਮ ਬੰਦੇ ਲਈ ਰਹਿਨੁਮਾਈ ਹੈ। ਅੱਛਾ, ਲੇਕਿਨ ਉਸ ਤੋਂ ਪਹਿਲਾਂ ਇਹ ਦਾਤਾ ਸਾਹਿਬ ਨੂੰ ਇਹ ਲਕਬ ਮਿਲ ਚੁੱਕਿਆ ਸੀ ਕਿਉਂਕਿ ਉਹਨਾਂ ਦੀ ਅੱਛਾ ਮੈਂ ਬਸ ਇੱਕ ਜ਼ਰਾ ਸੀ ਗੱਲ ਕਰਕੇ ਖਤਮ ਕਰ ਲਈਏ ਕਿ ਕਸ਼ਫੁਲ ਇਸਰਾਰ ਉਹਨਾਂ ਦੀ ਕਿਤਾਬ ਹੈ। ਉਹਦੇ ਵਿੱਚ ਉਹ ਲਿਖਦੇ ਨੇ ਕਿ ਇਹ ਅਲੀ ਲੋਕ ਤੈਨੂੰ ਗੰਜ ਬਖਸ਼ ਕਹਿੰਦੇ ਨੇ ਤੇ ਆਪਣੇ ਦਿਲ 'ਚ ਕੋਈ ਤਕੱਬਰ ਨਾ ਲੈ ਕੇ ਆ, ਤੇਰੀ ਕੋਈ ਔਕਾਤ ਨਹੀਂ, ਇਹ ਰੱਬ ਹੈ ਕਿ ਜਿਹੜਾ ਦੇਣ ਵਾਲਾ ਹੈ, ਜਿਹੜਾ ਦਾਤਾ ਹੈ, ਤੂੰ ਤੇ ਵੰਡਣ ਵਾਲਾ ਹੈ। ਹੁਣ ਉਹ ਆਪਣੇ ਆਪ ਨੂੰ ਖੁਦ ਉਹ ਕਹਿੰਦੇ ਨੇ ਕਿ ਮੈਂ ਰੱਬ ਦਾ ਨੁਮਾਇੰਦਾ ਹਾਂ
ਔਰ ਅਸੀਂ ਜਦੋਂ ਦਾਤਾ ਗੰਜ ਬਖਸ਼ ਕਹਿੰਦੇ ਆ ਤੇ ਅਸੀਂ ਇੱਕ ਕਿਸਮ ਦਾ ਰੱਬ ਦੇ ਗੰਜ ਨੂੰ ਵੰਡਣ ਵਾਲਾ ਬੰਦਾ, ਯਾਨੀ ਦਾਤਾ ਤੇ ਰੱਬ ਹੈ ਔਰ ਉਸੇ ਦੇ ਜਿਹੜਾ ਦਿੱਤਾ ਹੋਇਆ ਉਹਨੂੰ ਅੱਗੇ ਵੰਡਣ ਵਾਲਾ ਹੈ। ਇਹ ਤੇ ਸਾਡੇ ਕਹਿਣ 'ਚ ਜਾਂ ਸਾਡੇ ਪੁਕਾਰਨ 'ਚ ਥੋੜਾ ਜਿਹਾ ਇਹਦੇ 'ਚ ਫਰਕ ਆਉਂਦਾ ਹੈ। ਬੜੀ ਸੋਹਣੀ ਗੱਲ ਮੈਡਮ ਤੁਸੀਂ ਕੀਤੀ ਹੈ ਕਿ ਅਸਲ ਤੇ ਅੱਲਾਹ ਤਾਲਾ ਨੇ ਆਪਣੇ ਬੰਦਿਆਂ ਨੂੰ ਚੁਣਿਆ ਨਾ, ਉਹਨਾਂ ਨੇ ਹਜ਼ਰਤ ਦਾਤਾ ਗੰਜ ਬਖਸ਼ ਨੂੰ, ਹਜ਼ਰਤ ਅਲੀ ਬਿਨ ਉਸਮਾਨ ਹਜ਼ਵੀਰੀ ਨੂੰ ਚੁਣਿਆ ਕਿ ਜਨਾਬ ਤੁਸੀਂ ਵੰਡੋ। ਮੈਡਮ ਇਹ ਤੇ 1000 ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਅਗਰ 1000 ਸਾਲ ਦੀ ਕੰਟੀਨਿਊਟੀ ਨੂੰ ਉੱਥੋਂ ਟੁਰਦਿਆਂ ਅੱਜ ਦੇ ਇਸ ਮਾਡਰਨ ਦੌਰ ਤੱਕ ਆ ਜਾਓ ਤੇ ਅੱਜ ਦੇ ਇਸ ਮਾਡਰਨ ਦੌਰ ਦੇ ਵਿੱਚ ਤੁਸੀਂ ਹਜ਼ਰਤ ਦਾਤਾ ਗੰਜ ਬਖਸ਼ ਦੇ ਉਸ ਵੰਡੇ ਨੂੰ ਕਿਸ ਤਰ੍ਹਾਂ ਵੇਖਦੇ ਹੋ? ਮੇਰੇ ਖਿਆਲ ਹੈ ਕਿ ਵਕਤ ਦੇ ਨਾਲ ਨਾਲ ਇਹ ਵੰਡ ਜਿਹੜੀ ਹੈ ਨੇ ਫੈਜ਼ ਜਿਹੜਾ ਵਧਿਆ ਘਟਿਆ ਨਹੀਂ ਹੈ ਔਰ ਇਹਦੇ ਵਿੱਚ ਪੂਰੀ ਦੁਨੀਆ ਸ਼ਾਮਿਲ ਹੈ। ਤੁਸੀਂ ਦਾਤਾ ਸਾਹਿਬ ਦੇ ਉਰਸ ਦੀ ਗੱਲ ਤੇ ਇੱਕ ਪਾਸੇ ਰਹਿਣ ਦਿਓ, ਤੁਸੀਂ ਕਿਸੇ ਵੀ ਦਿਨ ਜਾ ਕੇ ਉੱਥੇ ਦੇਖੋ ਕਿ ਕਿਸ ਤਰ੍ਹਾਂ ਮੇਲਾ ਲੱਗਿਆ ਹੁੰਦਾ ਔਰ ਦੁਨੀਆ ਕਿਤਨੀ ਜ਼ਿਆਦਾ ਦੁਨੀਆ ਹੁੰਦੀ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਨਾ ਕਿ ਇਨਸਾਨ ਦੀ ਪਹਿਲੀ ਹਾਜਤ ਉਹਦੀ ਗਿਜ਼ਾ ਹੈ, ਖੁਰਾਕ ਹੈ, ਭੁੱਖ ਹੈ, ਤੇ ਜਿਹੜਾ ਦਾਤਾ ਸਾਹਿਬ ਤੇ ਲੰਗਰ ਹੈ ਉਹ ਸ਼ਾਇਦ ਦੁਨੀਆ 'ਚ ਤੁਹਾਨੂੰ ਕਿਧਰੇ ਵੀ ਐਡੇ ਵੱਡੇ ਪੈਮਾਨੇ ਤੇ ਨਾ ਮਿਲੇ। ਐਸੇ ਲਈ ਦਾਤਾ ਦੀ ਨਗਰੀ ਲਾਹੌਰ ਨੂੰ ਕਿਹਾ ਗਿਆ, ਲਾਹੌਰ ਨੂੰ ਬਰਕਤ ਵਾਲਾ ਸ਼ਹਿਰ ਔਰ ਅਜ਼ਮਤ ਵਾਲਾ ਸ਼ਹਿਰ ਕਿਹਾ। ਵੱਡੇ ਵੱਡੇ ਜਿਹੜੇ ਸੂਫੀ ਨੇ ਔਰ ਵੱਡੇ ਬਾਦਸ਼ਾਹ ਨੇ, ਕਿਉਂਕਿ ਦਾਤਾ ਸਾਹਿਬ ਦੇ ਦਰਬਾਰ ਤੇ ਅਕਬਰ ਔਰ ਸਾਰੇ ਮੁਗਲਿਆ ਜਿਹੜੇ ਬਾਦਸ਼ਾਹ ਨੇ ਉਹ ਆਉਂਦੇ ਰਹੇ ਨੇ। ਈਵਨ ਰਣਜੀਤ ਸਿੰਘ ਨੇ ਹਮੇਸ਼ਾ ਦਾਤਾ ਸਾਹਿਬ ਦੇ ਦਰਬਾਰ ਜਾ ਕੇ ਅਕੀਦਤ ਦਾ ਇਜ਼ਹਾਰ ਕੀਤਾ, ਉਹਦੀ ਮਲਕਾ ਨੇ, ਤੇ ਉਹਨਾਂ ਨੇ ਇਹਨਾਂ ਦੀ ਤਜ਼ੀਮ ਜ਼ਾਹਿਰ ਕੀਤੀ। ਅੱਜ ਤੁਸੀਂ ਦੇਖੋ ਕਿ ਇਹ ਕਦੀ ਵੀ ਕਿਸੇ ਵੀ ਜ਼ਮਾਨੇ ਤੁਹਾਨੂੰ ਇਹ ਦਰਬਾਰ ਬੰਦ ਨਹੀਂ ਮਿਲਿਆ। ਦੁਨੀਆ 'ਚ ਕੁਝ ਵੀ ਹੋ ਜਾਏ, ਕੋਈ ਐਸਾ ਸਖੀ, ਕੋਈ ਐਸਾ ਬਾਦਸ਼ਾਹ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਜਿਹਦੇ ਦਰਬਾਰ ਤੇ 24 ਘੰਟੇ ਕੋਈ ਜਿਹੜੇ ਵੇਲੇ ਜਾਏ ਮਰਜ਼ੀ, ਉੱਥੇ ਤੁਹਾਨੂੰ ਸ਼ਨਾਖਤੀ ਕਾਰਡ ਨਹੀਂ ਦੱਸਣਾ ਪੈਂਦਾ, ਉੱਥੇ ਤੁਹਾਨੂੰ ਆਪਣੀ ਇਹ ਨਹੀਂ ਦੱਸਣਾ ਪੈਂਦਾ ਮੈਂ ਕਿਹੜੇ ਮਜ਼ਹਬ ਨਾਲ ਆ। ਤੁਸੀਂ ਬਸ ਉਹ ਜਿਹੜੀਆਂ ਕੋਈ ਰਸਮੀ ਜ਼ਾਹਿਰ ਅੱਜ ਕੱਲ੍ਹ ਦੀਆਂ ਜਿਹੜੀਆਂ ਸਾਡੀਆਂ ਹੈ ਨੇ ਕਿ ਸਿਕਿਉਰਿਟੀ ਦੇ ਵੱਲ ਨਾਲ ਉਹਨਾਂ 'ਚੋਂ ਗੁਜ਼ਰ ਕੇ ਜਾ ਕੇ ਅੰਦਰ ਬਵੋ। ਤੁਹਾਡੇ ਕੋਲ ਤੁਸੀਂ ਲਾਹੌਰ ਕਿਸੇ ਮੁਕੱਦਮਾ ਭੁਗਤਣ ਆਏ ਹੋ, ਕਿਸੇ ਮਸਲੇ ਲਈ ਆਏ ਹੋ, ਦਿਹਾੜੀ ਆਪਣਾ ਕੰਮ ਕਰੋ, ਰਾਤੀ ਬਰਾਮਦੇ ਜਾ ਕੇ ਸੋ ਜਾਓ। ਉੱਥੇ ਤੁਹਾਨੂੰ ਰੋਟੀ ਵੀ ਮਿਲੇਗੀ, ਆਸਰਾ ਵੀ ਮਿਲੇਗਾ, ਤਹਫੁਜ਼ ਵੀ ਮਿਲੇਗਾ। ਹੁਣ ਦਰਬਾਰ ਤੇ ਜਿਹੜੇ ਸੂਫੀ ਦੇ ਬੁਲਾਉਣ ਦਾ ਇੱਕ ਹੈ, ਪਹਿਲਾਂ ਇਸ ਤਰ੍ਹਾਂ ਉਹ ਬੁਲਾਉਂਦਾ ਹੈ, ਫਿਰ ਆਪਣੇ ਨੂਰ ਦੇ ਜਿਹੜੇ ਲਸ਼ਕਾਰੇ ਨੂੰ ਦਿਲ ਸੁੱਟਦਾ ਹੈ, ਉਹਦਾ ਫਿਰ ਦਿਲ ਸਾਫ਼ ਕਰਦਾ ਹੈ, ਫਿਰ ਉਹਨੂੰ ਦੱਸਦਾ ਹੈ ਕਿ ਤੇਰਾ ਮਕਸਦ ਕੀ ਹੈ ਦੁਨੀਆ ਤੇ ਆਉਣ ਦਾ, ਰੱਬ ਨਾਲ ਤੇਰਾ ਕੀ ਤਾਲੁਕ ਹੈ। ਔਰ ਇਹ ਮੇਰਾ ਖਿਆਲ ਹੈ ਕਿ ਦਾਤਾ ਸਾਹਿਬ ਤੇ ਦੋਏ ਚੀਜ਼ਾਂ ਅੱਜ ਵੀ ਹੋ ਰਹੀਆਂ ਨੇ। ਤੁਸੀਂ ਤੁਹਾਨੂੰ ਕਦੀ ਮੌਕਾ ਮਿਲੇ ਤੇ ਰਾਤ ਨੂੰ 1-2 ਵਜੇ ਜਾਓ। ਮੈਂ ਕਦੀ ਬਹੁਤ ਜ਼ਿਆਦਾ ਦੁਖੀ ਹਾਂ, ਜ਼ਾਹਿਰ ਹੈ ਦੁਨੀਆ ਦੇ ਮਸਾਇਲ ਹੁੰਦੇ ਨੇ, ਬਾਜ਼ ਔਕਾਤ ਸਾਡੇ ਜ਼ਾਤੀ ਮਸਾਇਲ ਨਹੀਂ ਹੁੰਦੇ, ਦੁਨੀਆ ਦੇ ਮਸਾਇਲ ਸਾਨੂੰ ਬਹੁਤ ਦੁਖੀ ਕਰਦੇ ਨੇ, ਤੇ ਮੈਂ ਰਾਤੀ ਜਾ ਕੇ ਤੇ ਦਾਦਾ ਸਾਹਿਬ ਤੇ ਬਹਿ ਜਾਨੀ ਆ ਔਰ ਚੁੱਪ ਕਰਕੇ ਬੈਠੀ ਰਹਿੰਦੀ ਆ। ਬਸ ਇਹ ਨਹੀਂ ਕਿ ਮੈਂ ਪੜ੍ਹ ਰਹੀ ਹੁੰਦੀ ਹਾਂ, ਮੈਂ ਬਸ ਉਸ ਮਾਹੌਲ ਦਾ ਹਿੱਸਾ ਬਣ ਜਾਨੀ ਆ ਔਰ ਉਸ ਮਾਹੌਲ ਦਾ ਇਹ ਅਸਰ ਹੁੰਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਮੋਬਾਈਲ ਤੋਂ ਕੋਈ ਚੀਜ਼ ਡਿਲੀਟ ਕਰਦੇ ਨੇ, ਇਸੇ ਤਰ੍ਹਾਂ ਮੇਰੇ ਦਿਲ ਤੋਂ ਚੀਜ਼ਾਂ ਡਿਲੀਟ ਹੋ ਜਾਂਦੀਆਂ ਨੇ ਔਰ ਮੇਰੀ ਅੱਖਾਂ ਦਾ ਜਿਹੜਾ ਹੈ ਰੋਸ਼ਨੀ ਸਾਫ਼ ਹੋ ਜਾਂਦੀ ਹੈ, ਮੇਰਾ ਦਿਲ ਸਾਫ਼ ਹੋ ਜਾਂਦਾ ਹੈ। ਹੁਣ ਤੁਸੀਂ ਉੱਥੇ ਜਾ ਕੇ ਦੇਖੋ ਕਿ ਲੋਕ ਕੁਰਾਨ ਪਾਕ ਪੜ੍ਹ ਰਹੇ ਨੇ, ਲੋਕ ਨਿਆਜ਼ਾਂ ਵੰਡ ਰਹੇ ਨੇ, ਤੇ ਇਹ ਸਾਰੇ ਫੈਜ਼ ਹੀ ਹੈ ਨਾ ਕਿ ਦੋਹਰਾ ਫੈਜ਼ ਹੈ, ਮਜ਼ਹਬ ਦੇ ਹਵਾਲੇ ਨਾਲ, ਰੂਹਾਨੀਅਤ ਦੇ ਹਵਾਲੇ ਨਾਲ, ਇਖਲਾਕੀ ਹਵਾਲੇ ਨਾਲ, ਕਿ ਉੱਥੇ ਕੋਈ ਤੁਹਾਨੂੰ ਇਹ ਨਹੀਂ ਪਤਾ ਲੱਗੇਗਾ ਕਿ ਤੁਸੀਂ ਮੈਂ ਗਈ ਹਾਂ ਜਾਂ ਤੁਸੀਂ ਗਏ ਹੋ ਤਾਂ ਕਹਿਣਗੇ ਰਿਆਜ਼ ਖਾਨ ਬੜਾ ਵੱਡਾ ਕੰਪੇਅਰ, ਇਹਨੂੰ ਕੁਰਸੀ ਤੇ ਬਿਠਾਓ, ਬਾਕੀ ਥੱਲੇ ਬੈਠੇ ਨੇ, ਤੁਸੀਂ ਵੀ ਉੱਥੇ ਹੀ ਬਹਿਣਾ ਹੈ, ਜਿਹੜੀ ਥੱਲੇ ਦਰੀ ਵਿਛੀ ਹੈ ਮੈਂ ਵੀ ਉੱਥੇ ਹੀ ਬਹਿਣਾ ਹੈ। ਤੇ ਇੱਕ ਜਿਹੜੀ ਮੁਸਾਵਾਤ ਹੈ, ਇੱਕ ਮੁਹੱਬਤ ਹੈ, ਇਨਸਾਨ ਨਾਲ ਮੁਹੱਬਤ ਔਰ ਇਨਸਾਨ ਨੂੰ ਇੱਕ ਜਿਹਾ ਸਮਝਣਾ, ਇਹ ਉਹ ਵੱਡਾ ਫੈਜ਼ ਹੈ ਔਰ ਇਹ ਫੈਜ਼ ਜਾਰੀ ਹੈ। ਇਹ ਮੈਡਮ ਇਸੇ ਤਰ੍ਹਾਂ ਫੈਜ਼ ਜਾਰੀ ਰਹੇਗਾ। ਮੈਨੂੰ ਦੱਸੋ ਕਿ ਕਸ਼ਫੁਲ ਮਾਜੂਬ ਦੇ ਹਵਾਲੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਐਸੀ ਕਿਤਾਬ ਹੈ ਕਿ ਜਿਹਨੂੰ ਪੜ੍ਹਨਾ ਚਾਹੀਦਾ ਹੈ ਔਰ ਜਿਹਨੂੰ ਰਿਕਮੈਂਡ ਕਰਦੇ ਨੇ ਜਿੰਨੇ ਵੀ ਸੂਫੀਆ ਨੇ, ਔਲੀਆ ਨੇ। ਅਗਰ ਮੈਂ ਬਹੁਤ ਮੁਖਤਸਰ ਜਿਹਾ ਖੁਲਾਸਾ ਤੁਹਾਡੇ ਕੋਲ ਚਾਹਾਂ ਕਿ ਉਹ ਕਿਹੜੀਆਂ ਕੋਈ 2-4 ਗੱਲਾਂ ਨੇ ਜਿਹੜੀਆਂ ਕਸ਼ਫੁਲ ਮਾਜੂਬ 'ਚ ਨੇ, ਜਿਹੜੀਆਂ ਸਾਡੇ ਆਮ ਬੰਦੇ ਤੱਕ ਅਪੜਨ, ਜਿਹੜਾ ਨਹੀਂ ਪੜ੍ਹ ਸਕਦਾ, ਜਿਹਦੇ ਕੋਲ ਇੰਨੇ ਸੋਰਸਿਸ ਨਹੀਂ ਨੇ ਕਿ ਕਸ਼ਫੁਲ ਮਾਜੂਬ ਨੂੰ ਪੜ੍ਹ ਸਕੇ, ਉਹ ਸਾਨੂੰ ਤੁਸੀਂ ਦੱਸੋ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਕਿ ਤਸਵੁਫ ਦੀ ਕਿਤਾਬ ਹੈ ਔਰ ਫਾਰਸੀ 'ਚ ਲਿਖੀ ਗਈ ਪਹਿਲੀ ਕਿਤਾਬ ਹੈ। ਹੁਣ ਤੇ ਇਹਦਾ ਅੰਗਰੇਜ਼ੀ, ਉਰਦੂ, ਪੰਜਾਬੀ ਵਿੱਚ ਵੀ ਤਰਜਮਾ, ਹੋਰ ਵੀ ਕਈ ਜ਼ਬਾਨਾਂ 'ਚ ਤਰਜਮਾ ਹੋਇਆ ਔਰ ਇਲਮ ਦੇ ਹਵਾਲੇ ਨਾਲ ਇਲਮ ਦੀ ਕੁੰਜੀ ਮੈਂ ਦੱਸਿਆ ਬਾਕੀ ਗੱਲ, ਲੇਕਿਨ ਅਸਲ ਗੱਲ ਜਿਹੜੀ ਹੈ ਉਹ ਇਹ ਹੈ ਕਿ ਸੂਫੀ ਔਰ ਔਲੀਆ ਜਿਹੜੇ ਹੁੰਦੇ ਨੇ ਸਿੱਧੀ ਗੱਲ ਨਹੀਂ ਕਰਦੇ, ਉਹ ਇਸ ਤਲਾਹ 'ਚ ਗੱਲ ਕਰਦੇ ਨੇ, ਕਿਉਂਕਿ ਅਗਰ ਸਿੱਧੀ ਗੱਲ ਉਹ ਕਰਦੇ ਨੇ ਤੇ ਉਹਦੇ ਤੇ ਕੋਈ ਨਾ ਕੋਈ, ਹਰ ਬੰਦੇ ਦੀ ਅਕਲ ਇੱਕੋ ਜਿਹੀ ਨਹੀਂ ਹੁੰਦੀ ਹੈ। ਗੱਲ ਬੜੀ ਸਮਝਣ ਦੀ ਲੋੜ ਹੈ ਕਿ ਤੁਸੀਂ ਅਗਰ ਜਹਾਜ਼ 'ਚ ਦੁਨੀਆ ਨੂੰ ਦੇਖ ਰਹੇ ਹੁੰਦੇ ਹੋ ਨਾ ਜ਼ਮੀਨ ਤੋਂ, ਤੇ ਤੁਹਾਨੂੰ ਜ਼ਮੀਨ ਤੇ ਪਈ ਹੋਈ ਚੀਜ਼ ਹੋਰ ਤਰ੍ਹਾਂ ਨਜ਼ਰ ਆਉਂਦੀ ਹੈ। ਤੁਸੀਂ ਸਾਹਮਣੇ ਦੇਖ ਰਹੇ ਹੋ ਤਾਂ ਹੋਰ, ਚੌਥੀ ਮੰਜ਼ਿਲ ਤੇ ਚੜ੍ਹ ਕੇ ਜਦੋਂ ਦੇਖੋਗੇ ਤੁਸੀਂ ਤੇ ਤੁਹਾਨੂੰ ਸਾਰੇ ਬੰਦੇ ਇੱਕੋ ਜਿਹੇ ਲੱਗਣਗੇ, ਤੁਹਾਨੂੰ ਕੱਦ ਦਾ ਪਤਾ ਨਹੀਂ ਲੱਗਣਾ ਕਿ ਇਹਦਾ 6 ਫੁੱਟ ਹੈ, 5 ਫੁੱਟ ਹੈ, 3 ਫੁੱਟ ਹੈ। ਹੁਣ ਇਹ ਜਿਹੜੇ ਸੂਫੀਆ ਨੇ ਬੜੀ ਉੱਪਰ ਵਾਲੀ ਮੰਜ਼ਿਲ ਤੇ ਬੈਠੇ ਹੁੰਦੇ, ਇਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਵੇਲੇ ਕੀ ਲੈਵਲ ਹੈ, ਕੀ ਹੋ ਰਿਹਾ। ਉਹ ਆਪਣੇ ਇਲਮ ਦੇ ਹਵਾਲੇ ਨਾਲ ਚੀਜ਼ਾਂ ਨੂੰ ਦੇਖਦੇ ਸਮਝਾਉਂਦੇ ਨੇ। ਜਦੋਂ ਉਹ ਸਿੱਧੀ ਗੱਲ ਅਗਰ ਕਰਨਾ ਸ਼ੁਰੂ ਕਰਦੇ ਨੇ ਸੂਫੀਆ, ਜਿਸ ਤਰ੍ਹਾਂ ਤੁਸੀਂ ਦੇਖੋ ਨਾ ਕਿ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ, ਇਹ ਕੀ ਹੈ ਕਿ ਰੱਬ ਰੱਬ ਕਰਦੀ, ਮੇਰੇ 'ਚ ਵੀ ਰੱਬ ਦਾ ਜਲਵਾ ਆ ਗਿਆ।
ਇਹ ਗੱਲ ਮਨਸੂਰ ਨੇ ਕਹੀ ਸੀ ਤੇ ਉਹਦੇ ਤੇ ਫਤਵਾ ਲੱਗ ਗਿਆ। ਸੂਫੀਆਂ ਨੇ ਇਸੇ ਗੱਲ ਨੂੰ ਇਲਾਮਤ ਦੇ ਹਵਾਲੇ ਨਾਲ ਕਿਹਾ। ਹੁਣ ਜਿਹੜੇ ਸੂਫੀ ਇਸਤਲਾਹ ਵਰਤਦੇ ਨੇ, ਇਲਾਮਤਾਂ ਵਰਤਦੇ ਨੇ, ਉਹ ਕਸ਼ਫੁਲ ਮਜੂਬ 'ਚ ਖੋਲ ਕੇ ਬਿਆਨ ਕੀਤੀਆਂ ਗਈਆਂ ਨੇ ਕਿ ਤੁਸੀਂ ਤੇ ਮੈਂ ਸਮਝ ਸਕੀਏ ਕਿ ਔਲੀਆ ਨੇ ਜਦੋਂ ਇਹ ਗੱਲ ਕੀਤੀ ਤਾਂ ਉਹਦਾ ਕੀ ਮਤਲਬ ਹੈ। ਫਿਰ ਇੱਕ ਤਰੀਕਤ ਜਿਹੜਾ ਹੈ ਸਾਡਾ ਇੱਕ ਬੜਾ ਵੱਡਾ ਮਸਲਾ ਹੈ ਕਿ ਅਸੀਂ ਸ਼ਰੀਅਤ ਤੇ ਤਰੀਕਤ ਨੂੰ ਸਮਝਣ 'ਚ ਕੋਤਾਹੀ ਕਰਨੇ ਆ। ਬਾਜ਼ ਔਕਾਤ ਅਸੀਂ ਸਭ ਕੁਝ ਸ਼ਰੀਅਤ ਨੂੰ ਸਮਝ ਲੈਂਦੇ ਆ। ਸ਼ਰੀਅਤ ਜ਼ਾਹਿਰ ਹੈ ਔਰ ਤਰੀਕਤ ਬਾਤਨ ਹੈ। ਜਿਸ ਤਰ੍ਹਾਂ ਸਾਡਾ ਇਨਸਾਨ ਦਾ ਜ਼ਾਹਿਰ ਔਰ ਬਾਤਨ ਹੈ, ਇਸੇ ਤਰ੍ਹਾਂ ਹੀ ਮਜ਼ਹਬ ਦਾ, ਤਸਵੁਫ ਦਾ ਤੁਸੀਂ ਜ਼ਾਹਿਰ ਔਰ ਬਾਤਨ ਤੋਂ ਬਗੈਰ ਨਹੀਂ ਚੱਲ ਸਕਦੇ। ਇਹਦੇ ਵਿੱਚ ਤਰੀਕਤ ਦੇ ਹਵਾਲੇ ਨਾਲ ਬਹੁਤ ਗੱਲ ਕੀਤੀ ਗਈ। ਔਰ ਮੈਂ ਇਹ ਵੀ ਗੱਲ ਦੱਸਦੀ ਚੱਲਾਂ ਕਿ ਹਜ਼ਰਤ ਅਲੀ ਅਜਵੇਰੀ ਆਪਣੇ ਜਿਹੜਾ ਉਹਨਾਂ ਦਾ ਨਸਬ ਹੈ ਉਹ 8ਵੇਂ ਵਾਸਤੇ ਹਜ਼ਰਤ ਅਲੀ अलैहिस्सलाम ਨਾਲ ਮਿਲਦੇ ਨੇ ਔਰ ਤਰੀਕਤ ਵਿੱਚ 9ਵੇਂ ਵਾਸਤੇ ਹਜ਼ਰਤ ਅਲੀ ਤੱਕ ਪੜ੍ਹਦੇ ਨੇ। ਤੇ ਉਹ ਇੱਕ ਜਿਹੜਾ ਉਹਨਾਂ ਦਾ ਫਿਰ ਸਾਰੇ ਸੂਫੀਆਂ ਨਾਲ, ਔਲੀਆ ਰਾਬਿਆ ਬਸਰੀ ਨਾਲ ਉਹਨਾਂ ਦੀ ਮੁਹੱਬਤ ਔਰ ਬਾਕੀ ਸਾਰੇ ਸੂਫੀਆਂ ਨਾਲ ਇਹਨਾਂ ਦਾ ਤਜ਼ਕਰਾ ਹੈ ਇਹਨਾਂ ਇਸ ਕਿਤਾਬ ਵਿੱਚ। ਆਇਤਾਂ ਔਰ ਜਿਹੜੀਆਂ ਹਦੀਸਾਂ ਤੋਂ ਇਲਾਵਾ ਜਿਹੜੇ ਸਾਡੇ ਵੱਡੇ ਸੂਫੀ ਨੇ ਔਰ ਔਲੀਆ ਨੇ ਕਿ ਜਿਨ੍ਹਾਂ ਨੂੰ ਸ਼ਾਇਦ ਅਸੀਂ ਵੈਸੇ ਪੜ੍ਹੀਏ ਤੇ ਨਾ ਪੜ੍ਹ ਸਕੀਏ। ਫਿਰ ਐਸੀਆਂ ਹਿਕਾਇਤਾਂ ਨੇ, ਮਸਲਨ ਇੱਕ ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਸੁਣਾਉਣੀ ਆ ਕਿ ਦਾਤਾ ਗੰਜ ਬਖਸ਼ ਨੇ ਇੱਕ ਜਗ੍ਹਾ ਲਿਖਿਆ ਕਿ ਇੱਕ ਵਾਰੀ ਮੈਂ ਇਰਾਕ 'ਚ ਸਾਂ ਤੇ ਮੈਨੂੰ ਉੱਥੇ ਜਿਹੜੇ ਮੇਰੇ ਆਲੇ ਦੁਆਲੇ ਲੋਕ ਹੁੰਦੇ ਸਨ ਉਹ ਮੇਰੇ ਕੋਲ ਅਕਸਰ ਆਪਣੀਆਂ ਹਾਜਤਾਂ ਲਈ ਪੈਸੇ ਮੰਗਦੇ ਸਨ ਔਰ ਮੈਂ ਦੇ ਦਿੰਦਾ ਸਾਂ ਪੈਸੇ। ਉਹ ਇਹ ਸਿਲਸਿਲਾ ਐਸਾ ਚੱਲ ਪਿਆ ਕਿ ਮੈਂ ਆਪ ਕਰਜ਼ਦਾਰ ਹੋ ਗਿਆ ਔਰ ਫਿਰ ਕਿਉਂਕਿ ਮੈਨੂੰ ਆਦਤ ਪੈ ਗਈ ਕਿ ਮੈਂ ਉਹਨਾਂ ਦੀਆਂ ਉਹ ਜਿਹੜੀਆਂ ਦੁੱਖ ਸ਼ੇਅਰ ਕਰਨੇ ਦੀ, ਤੇ ਮੈਂ ਕਰਜ਼ਾ ਲੈਣਾ ਸ਼ੁਰੂ ਕਰਤਾ ਜਿਹਦੇ ਨਾਲ ਮੈਂ ਪਰੇਸ਼ਾਨੀ ਦਾ ਸ਼ਿਕਾਰ ਹੋ ਗਿਆ। ਤੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਮੇਰੇ ਮੁਰਸ਼ਿਦ ਆਏ, ਕਿਉਂਕਿ ਮੁਰਸ਼ਿਦ ਨੂੰ ਦਿਲ ਦਾ ਹਾਲ ਪਤਾ ਹੁੰਦਾ ਹੈ। ਤੇ ਉਹਨਾਂ ਨੇ ਕਿਹਾ ਕਿ ਹਾਜਤ ਰਵਾ ਤੂੰ नहीं है, रब है, ਤੇ ਤੂੰ ਬੰਦਾ ਹੈ ਤੇ ਬੰਦਾ ਹੀ ਬਣ ਕੇ ਰਹਿ ਔਰ ਜਿਤਨੀ ਤੇਰੀ ਇਸਤਤਾਅਤ ਹੈ ਤੂੰ ਉਤਨਾ ਕੰਮ ਕਰ। ਤੂੰ ਅਗਰ ਕਰਜ਼ੇ ਲਏਗਾ, ਇਹਨਾਂ ਚੀਜ਼ਾਂ 'ਚ ਫਸ ਜਾਏਗਾ, ਤੂੰ ਤੇ ਰੱਬ ਤੋਂ ਵੀ ਦੂਰ ਹੋ ਜਾਏਗਾ ਔਰ ਆਪਣੇ ਅਮਲ ਤੋਂ ਦੂਰ ਹੋ ਜਾਏਗਾ। ਹੁਣ ਇਹੋ ਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਦੱਸਦੇ ਨੇ ਕਿ ਜਿਹੜੀਆਂ ਸਾਡੇ ਸਭ ਲਈ ਬੜੀਆਂ ਜ਼ਰੂਰੀ ਨੇ ਕਿ ਅਸੀਂ ਉਹਨਾਂ ਤੇ ਅਮਲ ਕਰੀਏ ਔਰ ਇਹ ਦੇਖੀਏ ਕਿ ਅਸੀਂ ਸਮ ਟਾਈਮ ਬੜਾ ਪਰੇਸ਼ਾਨ ਹੋ ਜਾਂਦੇ ਹਾਂ ਤੇ ਸਾਨੂੰ ਜ਼ਿਹਨ 'ਚ ਰੱਖਣਾ ਚਾਹੀਦਾ ਕਿ ਜਿਹਨੇ ਪੈਦਾ ਕੀਤਾ ਉਹ ਵਸੀਲੇ ਬਣਾਉਂਦਾ ਹੈ। ਲੇਕਿਨ ਸਾਡੀ ਜਿੱਥੇ ਡਿਊਟੀ ਲੱਗੀ ਹੈ, ਜਿੱਥੇ ਅਸੀਂ ਵਸੀਲਾ ਬਣਨਾ ਹੈ, ਉਹਨੇ ਵਸੀਲਾ ਬਣਾਇਆ, ਉੱਥੇ ਅਸੀਂ ਕੰਮ ਜ਼ਰੂਰ ਕਰੀਏ। ਬੜੀ ਸੋਹਣੀ ਗੱਲ ਮੈਡਮ ਤੁਸੀਂ ਕੀਤੀ ਹੈ ਕਿ ਇਨਸਾਨ ਨੂੰ ਇਨਸਾਨ ਹੀ ਰਹਿਣਾ ਚਾਹੀਦਾ ਹੈ, ਬੰਦਿਆਂ ਵਾਲੇ ਕੰਮ ਹੀ ਕਰਨੇ ਚਾਹੀਦੇ ਨੇ। ਰੱਬ ਵਾਲੇ ਕੰਮ ਜਿਹੜੇ ਨਾ ਉਹ ਰੱਬ ਨੂੰ ਸੂਝਦੇ ਨੇ, ਉਹਨੂੰ ਹੀ ਚੰਗੇ ਲੱਗਦੇ ਨੇ। ਅਸੀਂ ਆਮ ਜ਼ਿੰਦਗੀ 'ਚ ਆਮ ਕੰਮ ਹੀ ਕਰਨੇ ਚਾਹੀਦੇ। ਤੁਸੀਂ ਕੋਈ ਗੱਲ ਕਰਨਾ ਚਾਹ ਰਹੇ ਹੋ? ਹਾਂਜੀ ਬਿਲਕੁਲ। ਮੈਂ ਕਸ਼ਫ ਅਲ ਮਹਿਜੂਬ ਦੇ ਬਾਰੇ 'ਚ ਪੁੱਛਾਂਗੀ ਕਿ ਆਮ ਲੋਕਾਂ ਲਈ ਤੁਸੀਂ ਕਿਹਾ ਨਾ ਕਿ ਇਹ ਮੁਰਸ਼ਦ ਦਾ ਦਰਜਾ ਰੱਖਦੀ ਹੈ, ਕਿ ਕਿਸ ਤਰ੍ਹਾਂ ਮੁਰਸ਼ਦ ਦਾ ਦਰਜਾ ਰੱਖਦੀ ਹੈ? ਅਸਲ 'ਚ ਇਹਦੇ ਤਸਵੁਫ ਦੀਆਂ ਜਿਤਨੀਆਂ ਵੀ ਮੰਜ਼ਿਲਾਂ ਨੇ ਨਾ, ਜੇ ਤੁਸੀਂ ਫਕਰ ਦੇ ਹਵਾਲੇ ਨਾਲ ਗੱਲ ਕਰੋ ਤੇ ਉਹ ਕਹਿੰਦੇ ਨੇ ਕਿ ਇੱਕ ਫਕਰ ਰਸਮੀ ਹੈ, ਇੱਕ ਹਕੀਕੀ ਹੈ। ਯਾਨੀ ਆਮ ਅਸੀਂ ਫਕਰ ਦਾ ਲਫ਼ਜ਼ ਬੋਲਦੇ ਨੇ ਆ ਜੀ, ਫਕਰ ਦਾ ਇਹ ਮਤਲਬ ਹੈ, ਲੇਕਿਨ ਖੋਲ ਕੇ ਦੱਸਿਆ ਗਿਆ ਕਿ ਫਕਰ ਰਸਮੀ ਕੀ ਹੈ। ਰਸਮੀ ਹੈ ਕਿ ਤੁਸੀਂ ਜੀ ਇੱਕ ਆਪਣੇ ਆਪ ਨੂੰ ਹਰ ਚੀਜ਼ ਤੋਂ ਬੇਨਿਆਜ਼ ਕੀਤਾ, ਲੇਕਿਨ ਤੁਸੀਂ ਮੰਗਦੇ ਹੋ ਲੋਕਾਂ ਕੋਲੋਂ ਤਾਂ ਜੇ ਤੁਹਾਡੀ ਅੰਨਾ ਖਤਮ ਹੋਵੇ ਔਰ ਤੁਸੀਂ ਕੋ ਮੰਗ ਕੇ ਖਾ ਰਹੇ ਹੋ, ਤੁਸੀਂ ਆਪਣੇ ਆਪ ਨੂੰ ਹੀਣਾ ਸਮਝਦੇ ਹੋ। ਹਕੀਕੀ ਕੀ ਹੈ ਕਿ ਤੁਸੀਂ ਰੱਬ ਤੋਂ ਇਲਾਵਾ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਣਾ ਔਰ ਜਿਤਨੇ ਤੁਸੀਂ ਤੰਗ ਦਸਤ ਹੁੰਦੇ ਜਾਵੋਗੇ ਇਤਨੇ ਹੀ ਤੁਹਾਡੇ ਅੰਦਰ ਇੱਕ ਇਤਮਾਨਾਨ ਵੱਧਦਾ ਜਾਏਗਾ ਕਿ ਮੈਂ ਆਪਣੇ ਰੱਬ ਦੇ ਨੇੜੇ ਹੋ ਰਿਹਾ, ਕਿਉਂਕਿ ਮੈਂ ਦੁਨੀਆ ਤੋਂ ਇੱਕ ਪਾਸੇ ਹੋ ਰਿਹਾ, ਦੁਨੀਆ ਤੋਂ ਦੂਰ ਹੋ ਰਿਹਾ ਤੇ ਰੱਬ ਦੇ ਨੇੜੇ ਹੋ ਰਿਹਾ। ਐਸੇ ਤਰ੍ਹਾਂ ਬਾਕੀ ਜਿਹੜੀਆਂ ਤਸਵੁਫ ਦੀਆਂ ਕਿਸਮਾਂ ਇਹਦੇ ਦੱਸੀਆਂ ਗਈਆਂ ਨੇ ਕਿ ਰਸਮੀ ਤਸਵੁਫ ਕੀ ਹੈ, ਹਕੀਕੀ ਤਸਵੁਫ ਕੀ ਹੈ। ਫਿਰ ਬਾਕੀ ਜਿਤਨੇ ਸਾਡੇ ਅਸਹਾਬੇ ਸੁਫਾ ਨੇ ਉਹਨਾਂ ਦੇ ਬਾਰੇ ਦੱਸਿਆ ਗਿਆ, ਸਾਡੇ ਖੁਲਫਾਏ ਰਾਸ਼ਦਾ ਦੇ ਬਾਰੇ ਦੱਸਿਆ ਗਿਆ, ਉਹਨਾਂ ਦੀਆਂ ਜ਼ਿੰਦਗੀਆਂ ਬਾਰੇ ਦੱਸਿਆ ਗਿਆ, ਰੋਸ਼ਨੀ ਪਾਏਗੀ। ਅਸਲ ਮਕਸਦ ਇਹ ਹੈ ਕਿ ਜਿਤਨੇ ਵੀ ਔਲੀਆ ਵਲੀ ਸੂਫੀਆ ਨੇ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਦੱਸ ਕੇ ਤੇ ਲੋਕਾਂ ਨੂੰ ਨੇਕੀ, ਇਖਲਾਕ, ਮਜ਼ਹਬ ਵੱਲ ਲਿਆਉਣਾ। ਹੁਣ ਅਸਲ ਤੇ ਇਹਦਾ ਮਕਸਦ ਹੈ ਕਿ ਮਜ਼ਹਬ ਇਸਲਾਮ ਵੱਲ ਲੈ ਕੇ ਆਏ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵੱਲ ਲੈ ਕੇ ਆਏ, ਫਿਰ ਇਖਲਾਕ, ਇਹ ਜ਼ਾਬਤਾ ਇਖਲਾਕ ਤੇ ਬਹੁਤ ਹੀ ਜ਼ੋਰ ਦਿੰਦੇ ਨੇ ਦਾਤਾ ਗੰਜ ਬਖਸ਼। ਤੇ ਇਹ ਇੱਕ ਬੜੀ ਵੱਡੀ ਖਿਦਮਤ ਸੀ ਔਰ ਤੁਸੀਂ ਦੇਖੋ ਕਿ ਉਹ ਲਾਹੌਰ ਕੇ ਜਿਹਦੇ 'ਚ ਕੋਈ ਮੁਸਲਮਾਨ ਨਹੀਂ ਸੀ ਔਰ ਇਖਲਾਕੀ ਹਵਾਲੇ ਨਾਲ ਬੜਾ ਤਨਜ਼ਲੀ ਦਾ ਸ਼ਿਕਾਰ ਸੀ। ਉਹ ਫਿਰ ਦਾਤਾ ਗੰਜ ਬਖਸ਼ ਦੀਆਂ ਤਾਲੀਮਾਤ ਤੋਂ ਔਰ ਅਮਲੀ ਉਹਨਾਂ ਦਾ ਜਿਹੜਾ ਇੱਕ ਸਲੂਕ ਸੀ ਲੋਕਾਂ ਤੋਂ, ਉਹਨਾਂ ਤੋਂ ਮੁਤਾਸਰ ਹੋ ਕੇ ਤੇ ਮੁਸਲਮਾਨ ਹੋਣਾ ਸ਼ੁਰੂ ਹੋਏ। ਬੜੀ ਸੋਹਣੀ ਮੈਡਮ ਤੁਸੀਂ ਗੱਲ ਕੀਤੀ ਹੈ ਕਿ ਲੋਕਾਂ ਨੇ ਫਿਰ ਇਸਲਾਮ ਕਬੂਲ ਕੀਤਾ ਔਰ ਲੇਕਿਨ ਉਹਦੇ ਲਈ ਦਾਤਾ ਸਾਹਿਬ ਜਿਹੜੇ ਸਨ ਉਹ ਇੱਕ ਜ਼ਾਤੀ ਮਿਸਾਲ ਸਨ। ਉਹਨਾਂ ਨੇ ਆਪਣੀ ਜ਼ਾਤੀ ਮਿਸਾਲ ਜਿਹੜੀ ਸੀ ਉਹ ਲੋਕਾਂ ਨੂੰ ਦਿੱਤੀ। ਮੈਡਮ ਤੁਹਾਡਾ ਬਹੁਤ ਸਾਰਾ ਸ਼ੁਕਰੀਆ। ਦਾਤਾ ਸਾਹਿਬ ਦੇ ਹਵਾਲੇ ਨਾਲ ਅਸੀਂ ਮਜ਼ੀਦ ਗੱਲਾਂ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ, ਲੇਕਿਨ ਵੇਲਾ ਸਾਡੇ ਕੋਲ ਚੁੱਕੇ ਥੋੜਾ ਹੈ, ਲੇਕਿਨ ਇੱਕ ਪੈਕੇਜ ਸਾਡੇ ਕੋਲ ਮੌਜੂਦ ਹੈ। ਅਸੀਂ ਦਾਤਾ ਸਾਹਿਬ ਦੇ ਹਵਾਲੇ ਨਾਲ ਇੱਕ ਸਾਡੀ ਟੀਮ ਨੇ ਪੈਕੇਜ ਬਣਾਇਆ ਹੈ, ਤੁਹਾਨੂੰ ਉਹ ਵਿਖਾਣੇ ਆ ਤੇ ਨਾਲ ਨਾਲ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਵੀ ਅਦਾ ਕਰਨੇ ਆ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ।